ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 179 179 ਅਖੀਰਲੀ ਪੰਕਤੀ ਹੈ। ਗੌੜੀ ਗੁਆਰੇਰੀ ਮਹੱਲਾ ਪੰਜਵਾਂ। ਪ੍ਰਾਣੀ ਜਾਣੈ ਇਹ ਤਨ ਮੇਰਾ, ਬਹੁਰ ਬਹੁਰ ਵਾਹੂ ਲਪਟੇਰਾ। ਪ੍ਰਾਣੀ ਕਹਿੰਦਾ ਇਹ ਸਰੀਰ ਮੇਰਾ ਹੈ, ਬਹੁਰ ਬਹੁਰ ਵਾਹੂ ਲਪਟੇਰਾ। ਵਾਰੀ ਵਾਰੀ ਇਹਦੇ ਨਾਲ ਹੀ ਚੰਬੜਦਾ, ਇਹ ਮੇਰਾ ਸਰੀਰ ਹੈ। ਜਦੋਂ ਸਰੀਰ ਸਾਡਾ ਹੈ ਤਾਂ ਸਰੀਰ ਨਾਲ ਸੰਬੰਧਿਤ ਸਾਰੀਆਂ ਚੀਜ਼ਾਂ ਵੀ ਸਾਡੀਆਂ ਨੇ, ਤੇ ਸਰੀਰ ਤੇ ਦੇਖਣ ਤਾਂ ਸਾਡਾ ਹੀ ਹੈ, ਸਰੀਰ ਦੇਖਣ ਸਾਡਾ ਹੀ ਹੈ। ਪਰ ਨਹੀਂ, ਧਰਮ ਕਹਿੰਦਾ ਇਹ ਤੇਰਾ ਨਹੀਂ ਹੈ, ਇਹ ਪਰਮਾਤਮਾ ਦਾ ਹੈ, ਤੈਨੂੰ ਤੇ ਵਰਤਣ ਲਈ ਦਿੱਤਾ, ਇਹ ਤੇਰੀ ਮਲਕੀਅਤ ਨਹੀਂ ਹੈ, ਤੈਨੂੰ ਇਹ ਵਰਤਣ ਲਈ ਦਿੱਤਾ। ਆਪਣਾ ਸਮਝ ਕੇ ਵਾਰੀ ਵਾਰੀ ਉਹਦੇ ਨਾਲ ਚੰਬੜਦਾ। ਪੁੱਤਰ ਕਲੱਤਰ ਗ੍ਰਸਤ ਕਾ ਫਾਂਸਾ, ਹੋਣ ਨਾ ਪਾਈਐ ਰਾਮ ਕੇ ਦਸ। ਸਾਰਾ ਧਿਆਨ ਜਿਹੜਾ ਹੈ ਪੁੱਤਰ, ਪੁੱਤਰ 'ਚ, ਕਲੱਤਰ ਪਤਨੀ 'ਚ ਹੈ, ਗ੍ਰਸਤ, ਇਹਨੂੰ ਗਿਰਸਤ ਨਹੀਂ ਪੜ੍ਹਨਾ, ਇਹ ਹਿੰਦੀ ਦਾ ਸ਼ਬਦ ਹੈ ਤੇ ਹਿੰਦੀ 'ਚ ਹੁੰਦਾ ਹੈ ਗ੍ਰਸਤ, ਉਸ ਤੋਂ ਬੜੇ ਗ੍ਰਸਤੀ। ਪੰਜਾਬੀ ਵਾਲੇ ਕੀ ਕਹਿੰਦੇ ਗ੍ਰਸਥੀ, ਪਰ ਨਾ ਪਤਾ ਉਹਨਾਂ ਕੇ ਗ੍ਰਹਿ ਸ਼ਬਦ ਹੈ, ਗ੍ਰਹਿ ਘਰ, ਗ੍ਰਹਿ ਤੋਂ ਬਣੇ ਗ੍ਰਸਤ। ਇਹ ਰਾਰੇ ਨੂੰ ਗੱਗੇ ਦੇ ਪੈਰ 'ਚ ਸਮਝਣਾ, ਫਿਰ ਚਾਰਨ ਸ਼ੁੱਧ ਹੋ ਜਾਏਗਾ। ਪੰਜਾਬੀ ਵਾਲਿਆਂ ਨੇ ਆਰਡਰ ਲਿਖਿਆ ਹੈ, ਹਿੰਦੀ ਦੇ ਵਿੱਚ ਇਸ ਤਰ੍ਹਾਂ ਨਹੀਂ ਹੈ। ਹਿੰਦੀ 'ਚ ਹੈ ਗ੍ਰਸਤ, ਇਹ ਤਾਂ ਆਪਣੇ ਬਹੁਤ ਸਾਰੇ ਪਾਠੀ ਨੂੰ ਗਿਰਸਤ ਪੜ੍ਹ ਦਿੰਦੇ ਨੇ। ਗਿਰਸਤ ਦਾ ਕੋਈ ਅਰਥ ਨਹੀਂ ਹੈ। ਪੁੱਤਰ ਕਲੱਤਰ ਗ੍ਰਸਤ ਕਾ ਫਾਂਸਾ, ਇਹ ਪੁੱਤਰ ਤੇ ਪਤਨੀ ਇਹ ਗ੍ਰਸਤੀ ਦਾ ਫਾਹੀ ਹੈ। ਫਾਂਸਾ ਮਨ ਫਾਹੀ, ਇਹਦੇ 'ਚ ਲੱਗਾ ਰਹਿੰਦਾ ਬੰਦਾ, ਇਹ 'ਚ ਹੀ ਫਸਿਆ ਰਹਿੰਦਾ ਹੈ। ਹੁਣ ਨਾ ਪਾਈਐ ਰਾਮ ਕੇ ਦਸ, ਇਸ ਲਈ ਰਾਮ ਦੇ ਦਾਸ, ਰਾਮ ਦੇ ਸੇਵਕ, ਪਰਮਾਤਮਾ ਦੇ ਸੇਵਕ ਹੁਣ ਨੂੰ ਸਮਝ ਹੀ ਨਹੀਂ ਹੈ। ਨਾਮ ਜਪਣ ਲਈ ਸਮਝ ਹੀ ਨਹੀਂ ਹੈ। ਧੀਆਂ ਪੁੱਤਰਾਂ ਦੇ ਪਰਿਵਾਰ ਦੇ ਵਿੱਚ ਬੰਦਾ ਫਸਿਆ ਹੋਇਆ ਹੈ। ਇਹ ਨਹੀਂ ਕਿ ਅਸੀਂ ਧੀਆਂ ਪੁੱਤਰ ਛੱਡ ਦੇਣੇ, ਪਰਿਵਾਰ ਨੂੰ ਛੱਡ ਦੇਣਾ, ਅਜਿਹਾ ਨਹੀਂ ਹੈ। ਸਗੋਂ ਸਿੱਖ ਧਰਮ ਕਹਿੰਦਾ ਤੁਸੀਂ ਗ੍ਰਸਤੀ ਬਣੋ। ਵੈਸੇ ਉਹਨੇ ਬੇਹੰਗਮ ਰਹਿਣ ਦੀ ਧਰਮ ਨੇ ਵੀ ਆਗਿਆ ਦਿੱਤੀ ਹੋਈ ਹੈ। ਬੇਹੰਗਮ ਰਹਿ ਕੇ ਤੁਸੀਂ ਨਾਮ ਜਪ ਸਕਦੇ ਹੋ, ਵੈਲ ਐਂਡ ਗੁੱਡ। ਗ੍ਰਸਤੀ ਬਣ ਕੇ ਨਾਮ ਜਪਦੇ ਹੋ, ਵੈਲ ਐਂਡ ਗੁੱਡ। ਗੱਲ ਤੇ ਨਾਮ ਜਪਣ ਦੀ ਹੈ, ਗੱਲ ਨਾਮ ਜਪਣ ਦੀ ਹੈ, ਗੱਲ ਗ੍ਰਸਤੀ ਜਾਂ ਬੇਹੰਗਮ ਦੀ ਨਹੀਂ ਹੈ। ਆਪਣੀ ਆਪਣੀ ਰੁਚੀ ਹੁੰਦੀ ਹੈ। ਕੋਈ ਗ੍ਰਸਤ ਤੋਂ ਬਿਨਾਂ ਨਹੀਂ ਰਹਿ ਸਕਦਾ, ਕੋਈ ਰਹਿ ਸਕਦਾ ਹੈ। ਗੁਰਬਾਣੀ ਕਹਿੰਦੇ ਜੇ ਤੁਸੀਂ ਵਾਕਈ ਰਹਿ ਸਕਦੇ ਹੋ ਤਾਂ ਰਹੋ, ਨਹੀਂ ਤੇ ਗ੍ਰਸਤੀ ਬਣ ਜਾਓ। ਗ੍ਰਸਤੀ ਇਸ ਲਈ ਬਣਨਾ ਕਿ ਜਿਹੜੇ ਬੇਹੰਗਮ ਹਨ ਇਹ ਗ੍ਰਸਤੀਆਂ 'ਤੇ ਹੀ ਨਿਰਭਰ ਹਨ। ਮੰਨ ਲਓ ਇੱਕ ਬੰਦਾ ਜੋਗੀ ਹੋ ਗਿਆ, ਘਰ ਬਾਰ ਛੱਡਦਾ, ਫਿਰ ਸ਼ਹਿਰ ਜਾਂ ਪਿੰਡ 'ਚ ਰੋਟੀ ਪਾਣੀ ਮੰਗਣ ਆ ਜਾਂਦਾ, ਵੀ ਫਿਰ ਤੂੰ ਗ੍ਰਸਤੀ ਹੋ ਜਾ, ਤੂੰ ਗ੍ਰਸਤੀ ਹੋ ਜਾ। ਤੇ ਜਾਂ ਫਿਰ ਆ ਹੀ ਨਾ, ਲੋੜਵੰਦ ਆਪੇ ਤੇਰੀ ਰੋਟੀ ਪਾਣੀ ਤੇਰੇ ਕੋਲ ਲੈ ਕੇ ਆਉਣ, ਫਿਰ ਬੈਠਾ, ਫਿਰ ਠੀਕ ਹੈ, ਰਹਿ ਜਾਊਗੀ। ਜੇ ਤੂੰ ਮੰਗਣੀ ਹੋਣੇ ਤਾਂ ਬਾਣੀ ਕਹਿੰਦੀ ਵੀ ਜੇ ਤੁਸੀਂ ਇਹਨਾਂ ਗ੍ਰਸਤੀਆਂ ਦੇ ਕੋਲ ਹੀ ਮੁੜ ਕੇ ਕੱਪੜੇ ਲਈ ਰੋਟੀ ਪਾਣੀ ਲਿਆਉਣਾ, ਫਿਰ ਗ੍ਰਸਤੀ ਹੀ ਬਣ ਜਾਵੋ।
ਤੇ ਜਾਂ ਤੁਸੀਂ ਫਿਰ ਆਪਣਾ ਡੇਰਾ ਜਿੱਥੇ ਵੀ ਬੈਠੇ ਹੋ, ਗ੍ਰਸਤੀ ਆਪਣੀ ਲੋੜ ਨੂੰ ਤੁਹਾਡੇ ਕੋਲ ਲੈ ਕੇ ਜਾ ਰੋਟੀ ਪਾਣੀ। ਆਪਾਂ ਨੂੰ ਧੀ ਪੁੱਤ ਦੀ ਲੋੜ ਹੈ, ਆਪਾਂ ਕਹਿੰਦੇ ਉਹ ਸਾਧੂ ਹੈ, ਭਾਈ ਕੁਛ ਲੈ ਕੇ ਜਾਓ, ਸਾਧੂ ਦੀ ਸੇਵਾ ਕਰੋ, ਹੋ ਸਕਦਾ ਕੋਈ ਆਸ਼ੀਰਵਾਦ ਦੇ ਦਿਓ ਵੀ ਘਰ ਧੀ ਪੁੱਤ ਹੋ ਜੇ। ਸੰਸਾਰੀ ਬੰਦਾ ਸਾਧੂ ਦੇ ਕੋਲ ਆਪਣੀ ਲੋੜ ਪੂਰੀ ਕਰਨ ਲਈ ਜਾਂਦਾ। ਹਰ ਬੰਦਾ ਗੁਰਦੁਆਰੇ ਕੋਈ ਇੱਛਾ ਕੋਈ ਲੋੜ ਲੈ ਕੇ ਜਾਂਦਾ, ਉਂਝ ਨਹੀਂ ਜਾਂਦਾ ਕੋਈ। ਨੇਰੇ ਗੁਰੂ ਦੇ ਦਰਸ਼ਨ ਕੋਈ ਨਹੀਂ ਕਰਨ ਜਾਂਦਾ। ਭਗਤ ਵੀ ਹੈ, ਜੇ ਗੁਰੂ ਦੇ ਦਰਸ਼ਨ ਕਰਨ ਜਾਂਦਾ ਤਾਂ ਉਹਦੀ ਇਹੀ ਇੱਛਾ ਹੁੰਦੀ ਮੈਂ ਵੱਧ ਤੋਂ ਵੱਧ ਭਗਤੀ ਕਰਾਂ, ਸੱਚੇ ਪਾਤਸ਼ਾਹ ਮੇਰੇ 'ਤੇ ਕਿਰਪਾ ਕਰੋ। ਫਿਰ ਮੰਗਿਆ ਨਾ ਕੁਛ ਨਾ ਕੁਛ। ਗੁਰੂ ਕੋਲੇ ਲੋੜਵੰਦ ਜਾਂਦਾ, ਦੂਜਾ ਕੋਈ ਨਹੀਂ ਜਾਂਦਾ। ਸਾਧੂਆਂ ਕੋਲ ਵੀ ਲੋੜਵੰਦ ਲੋਕ ਜਾਂਦੇ ਨੇ। ਜੇ ਤੇ ਸਾਧੂ ਆਪਣੇ ਸਥਾਨ 'ਤੇ ਬੈਠਾ, ਲੋਕ ਉੱਥੇ ਜਾ ਕੇ ਉਹਦੀ ਸੇਵਾ ਕਰਦੇ ਨੇ, ਠੀਕ ਹੈ, ਰਹਿ ਬੇਹੰਗਮ। ਤੇ ਜੇ ਤੂੰ ਠੂਠਾ ਫੜ ਕੇ ਸਵੇਰੇ ਸ਼ਾਮ ਗ੍ਰਸਤੀਆਂ ਕੋਲੇ ਆਉਣਾ ਤਾਂ ਫਿਰ ਗ੍ਰਸਤੀ ਹੋ ਜਾ, ਆਪਣਾ ਕਮਾ ਕੇ ਖਾ ਲਓ, ਆਪਣਾ ਪਰਿਵਾਰ ਪਾਲ ਲਓ। ਆਪ ਕਵਨ ਸੋ ਬਿਦ ਜਿਤ ਰਾਮ ਗੁਣ ਗਾਏ, ਕਵਨ ਸੋ ਮਤ ਜਿਤ ਤਰੈ ਇਹ ਮਾਏ। ਉਹ ਕਿਹੜੀ ਵਿਧੀ ਹੈ, ਬਿਦ ਵਿਧੀ ਢੰਗ ਤਰੀਕਾ, ਜਿਤ ਰਾਮ ਗੁਣ ਗਾਏ। ਕਹਿੰਦੇ ਉਹ ਕਿਹੜੀ ਵਿਧੀ ਹੈ ਜਿਸ ਦੇ ਨਾਲ ਮਨੁੱਖ ਰਾਮ ਦੇ ਗੁਣ ਗਾ ਸਕੇ, ਰਾਮ ਦੇ ਗੁਣ ਗਾਵੇ। ਕਵਣ ਸੋ ਮਤ, ਉਹ ਕਿਹੜੀ ਮਤ ਹੈ ਜਿਸ ਦੇ ਨਾਲ ਇਹ ਮਾਇਆ ਦੇ ਸੰਸਾਰ ਸਮੁੰਦਰ ਨੂੰ ਤਰ ਸਕੇ। ਮਾਇਆ ਮੈਨੇ ਮਾਇਆ, ਇਹ ਮਾਇਆ ਦੇ ਪ੍ਰਭਾਵ ਤੋਂ ਬਚ ਸਕੇ। ਮਾਇਆ ਤੋਂ ਨਹੀਂ ਅਸੀਂ ਬਚਣਾ, ਮਾਇਆ ਤੋਂ ਬਿਨਾਂ ਸਰਦਾ ਹੀ ਨਹੀਂ। ਕਈ ਵਾਰੀ ਮਨੁੱਖ ਧਰਮ ਨੂੰ ਠੀਕ ਤਰ੍ਹਾਂ ਸਮਝਦਾ ਨਹੀਂ ਹੈਗਾ ਕਿ ਮਾਇਆ ਹੋਈ ਨਾਗਨੀ ਜਗਤ ਰਹੀ ਲਪਟਾਏ, ਜੋ ਇਸ ਕੀ ਸੇਵਾ ਕਰੇ ਤਿਸੀ ਕੋ ਫਿਰ ਖਾਏ। ਇਹ ਨਾਗਨੀ ਉਦੋਂ ਹੈ ਜਦ ਅਸੀਂ ਰੱਬ ਨੂੰ ਭੁੱਲ ਭੁਲਾ ਕੇ ਸਿਰ ਮਾਇਆ ਕਮਾਉਣ 'ਤੇ ਲੱਗੇ ਰਹੀਏ, ਗਲਤ ਤਰੀਕੇ ਨਾਲ ਜਿਸ ਤਰੀਕੇ ਨਾਲ ਮਿਲਦੀ ਹੈ, ਉਦੋਂ ਇਹ ਨੁਕਸਾਨਦਾਇਕ ਹੋ ਜਾਂਦੀ ਹੈ। ਕਿਉਂ? ਨਾਗਨੀ ਇਹ ਕਦੇ ਵੀ ਡੰਗ ਮਾਰ ਸਕਦੀ ਹੈ। ਦਸਾਂ ਨੌਂ ਦੀ ਕਿਰਤ ਕਰਕੇ ਚਾਹੇ ਤੁਸੀਂ ਲੱਖਾਪਤੀ ਹੋ ਜਾਓ, ਕਰੋੜਾਪਤੀ, ਸਭ ਧਰਮ 'ਚ ਪ੍ਰਵਾਨ ਹੈ। ਕਹਿੰਦੇ ਉਹ ਕਿਹੜੀ ਮਤ ਹੈ ਜਿਸ ਦੇ ਨਾਲ ਅਸੀਂ ਇਸ ਮਾਇਆ ਦੇ ਪ੍ਰਭਾਵ ਤੋਂ ਬਚ ਸਕਦੇ, ਇਸ ਮਾਇਆ ਨੂੰ ਤਰ ਸਕਦੇ ਹਾਂ। ਜੋ ਭਲਾਈ ਸੋ ਬੁਰਾ ਜਨ, ਸਾਚ ਕਹੈ ਸੋ ਭਿਖੈ ਸਮਨ। ਬੰਦੇ ਦਾ ਇਹ ਹਾਲ ਹੈ, ਜਿਹੜਾ ਭਲੇ ਦੀ ਗੱਲ ਕਰਦਾ ਉਹਨੂੰ ਬੰਦਾ ਨੂੰ ਚੰਗਾ ਹੀ ਨਹੀਂ ਸਮਝਦਾ, ਚੰਗਾ ਹੀ ਨਹੀਂ ਸਮਝਦਾ। ਗੁਲਜ਼ਾਰ ਸਿੰਘ ਕਹਿੰਦਾ ਬਾਬਾ ਜੀ ਇਹਨਾਂ ਲੋਕਾਂ ਨੂੰ ਮੱਥਾ ਮਾਰਨ ਦਾ ਕੋਈ ਫਾਇਦਾ ਨਹੀਂ, ਇਹਨਾਂ ਆਪਣੀ ਮਰਜ਼ੀ ਕਰਨੀ। ਕਿਉਂ ਆਪਣਾ ਗਲ ਖਰਾਬ ਕਰਨਾ? ਵੀ ਦਫਾ ਹੋ, ਮੈਂ ਅਮਰੀਕਾ ਜਾਣਾ, ਬਸ ਤੁਸੀਂ ਦੱਸ ਦਿਓ। ਇਹਨੂੰ ਕਹੋ ਭਾਈ ਤੂੰ ਗਲਤ ਤਰੀਕੇ ਨਾਲ ਨਾ ਜਾਏ, ਨਾ ਮੰਨਣ, ਇਹਨੂੰ ਜਾਣਾ, ਆਪੇ ਧੱਕੇ ਖਾਈ ਜਾਣਗੇ। ਤੁਸੀਂ ਦੱਸਣਾ ਜਾ ਸਕਦਾ ਨਹੀਂ ਜਾ ਸਕਦਾ, ਬਸ ਇਹਨਾਂ ਨੂੰ ਕੋਈ ਮੱਥਾ ਮਾਰਨ ਦੀ ਲੋੜ ਨਹੀਂ। ਹਾਂ ਤੁਹਾਡੇ ਸਲਾਹ ਲੈਣ ਆਉਣ ਫਿਰ ਗੱਲ ਵੱਖਰੀ, ਉਹ ਤਾਂ ਪਹਿਲੇ ਹੀ ਆ ਰਿਹਾ ਜੀ ਮੈਂ ਅਮਰੀਕਾ ਜਾਣਾ, ਬਸ ਪਤਾ ਹੀ ਹੈ ਵੀ ਇਹਨੇ ਇਲੀਗਲ ਜਾਣਾ, ਇਹਨੂੰ ਤਾਂ ਜੇਲ੍ਹ ਹੋਣੀ ਹੈ ਔਰ 40-50 ਲੱਖ ਲਾ ਕੇ ਜਾਣ ਦੇ ਕੋਈ ਦਫਾ ਆਪੇ ਫਸੇ ਜਾਣਗੇ। ਜਦੋਂ ਇਹਨਾਂ ਨੇ ਤੁਹਾਡੀ ਮੰਨਣੀ ਨਹੀਂ, ਇਹਨਾਂ ਨੇ ਆਪਣੀ ਮਰਜ਼ੀ ਕਰਨੀ ਹੈ, ਫਿਰ ਇਹਨਾਂ ਮੱਥਾ ਮਾਰਦਾ ਕਿਆ ਫਾਇਦਾ? ਜੋ ਭਲਾਈ ਸੋ ਬੁਰਾ ਜਨ, ਜਿਹੜਾ ਇਹਦਾ ਭਲਾ ਕਰਦਾ ਉਹਨੂੰ ਮਾੜਾ ਸਮਝਦਾ। ਮੈਨੂੰ ਤਾਂ ਕਹੋ, ਇੱਕ ਬੰਦਾ ਡਾਕਟਰ ਕੋਲ ਚਲਿਆ ਗਿਆ, ਮਾਂ ਨੇ ਕਿਤੇ ਕਹਿੰਦਾ ਮੇਰਾ ਮੁੰਡਾ ਸ਼ਰਾਬ ਪੀਂਦਾ, ਕਹਿੰਦਾ ਪੀਓ, ਖਾਓ ਪੀਓ, ਇੰਜੋਏ ਕਰੋ। ਕਹਿੰਦਾ ਮੈਂ ਤਾਂ ਆਪ ਪੀਨਾ, ਸ਼ਾਮ ਨੂੰ ਮੈਂ ਗੀਤ ਲਾ ਲੈਣਾ, ਪੀ ਕੇ ਨਾਲ ਨੱਚਦਾ, ਮੈਂ ਇੰਜੋਏ ਕਰਦਾ, ਤੂੰ ਵੀ ਕਾਕਾ ਇੰਜੋਏ ਕਰ ਲੈ।
ਉਹ ਤਾਂ ਦੁਖੀ ਨੇ ਵੀ ਸ਼ਰਾਬ ਪੀਂਦਾ, ਕੰਮ ਕੋਈ ਨਹੀਂ ਕਰਦਾ, ਉਹ ਕਦੇ ਕੱਕ ਪੀ, ਕੋਈ ਫਰਕ ਨਹੀਂ, ਇੰਜੋਏ ਕਰੋ ਜ਼ਿੰਦਗੀ। ਜਾ ਲਓ ਡਾਕਟਰ ਕੋਲ। ਕਹਿੰਦੇ ਸਾਚ ਕਹੈ ਸੋ ਬਿਖੈ ਸਮਨ। ਜੇ ਸੱਚ ਕੋਈ ਕਹਿੰਦਾ ਉਹਨੂੰ ਜ਼ਹਿਰ ਵਾਂਗੂ ਕੌੜੀ ਗੱਲ ਲੱਗਦੀ ਵੀ ਹਾਂ ਹਾਂ ਮੈਨੂੰ ਇਹ ਕਿਉਂ ਕਿਹਾ। ਸੱਚੀ ਗੱਲ ਵੈਸੀ ਕੌੜੀ ਲੱਗਦੀ। ਬਾਈਬਲ 'ਚ ਲਿਆ ਟਰੂਥ ਇਜ਼ ਬਿਟਰ। ਆਮ ਟਰੁੱਥ ਕਹਿੰਦੇ ਨਾ, ਉਚਾਰਨਾ ਟਰੂਥ ਇਜ਼ ਬਿਟਰ। ਸੱਚ ਕੌੜਾ ਹੁੰਦਾ, ਇਹ 'ਚ ਕੋਈ ਸ਼ੱਕ ਨਹੀਂ। ਸੱਚ ਸੁਣਨਾ ਬੜਾ ਔਖਾ। ਸੱਤੀ ਕਪਣੀ ਅੱਗ ਲੱਗ ਜਾਂਦੀ ਹੈ। ਆਪਣੇ ਇੱਕ ਸਤਸੰਗੀ ਹੱਸਣ ਲੱਗਾ, ਕਹਿੰਦੇ ਬਾਬਾ ਜੀ ਮੈਂ ਤਾਂ 9 ਪਾਏ ਹੁੰਦੇ ਨੇ। ਪਹਿਲਾਂ ਵੱਧ ਤੋਂ ਵੱਧ 7 ਕੱਪੜੇ ਪਾਏ ਹੁੰਦੇ ਸਨ, ਹੁਣ ਤਾਂ ਰਹਿ ਹੀ 1.5 ਕੁ ਗਿਆ। ਇਹ ਤਾਂ ਜੇ ਸਾਡੇ ਦੇਸ਼ 2.5 ਕੁ ਪਾ ਲੈਂਦੇ ਨੇ। ਅੱਧੀ ਇੱਕ ਸਲਵਾਰ ਪਾ ਲਈ, ਅੱਧੀ ਇੱਕ ਕਮੀਜ਼ ਪਾ ਲਈ, 2.5 ਕੁ ਕੱਪੜਾ ਸਾਰ ਦਿੰਦੇ ਨੇ। ਪਹਿਲਾਂ 7 ਲੈਂਦੇ ਹੁੰਦੇ ਸਨ। ਇੱਕ ਗੁਰਮੁਖਿਆਰ ਕਹਿੰਦਾ ਮੇਰੇ ਜੀ ਸਰਦੀਆਂ 9 ਪਾਏ ਹੁੰਦੇ ਨੇ। ਜੇ 7 ਕੱਪੜੀ ਅਗਲੇ 2 ਮੇਰੇ ਫਿਰ ਵੀ ਵੱਜਣ। 7 ਕੱਪੜੀ ਅੱਗ ਲੱਗਣ ਦਾ ਮਤਲਬ ਸੱਚੀ ਗੱਲ ਬੜੀ ਹੀ ਕੌੜੀ ਲੱਗੀ ਵੀ ਹਾਂ ਮੈਨੂੰ ਐਂ ਕਿਹਾ ਕਿਉਂ। ਵੈਸੇ ਤਾਂ ਸੱਚ ਬੋਲਣਾ ਹੀ ਔਖਾ ਹੁੰਦਾ, ਕਿਉਂਕਿ ਇਹਦੇ ਨਤੀਜੇ ਭੋਗਣੇ ਪੈਂਦੇ ਨੇ। ਜੇ ਤੁਸੀਂ ਸੱਚ ਬੋਲਦੇ ਨਾ, ਇਹਦੇ ਨਤੀਜੇ ਭੋਗਣ ਲਈ ਤੁਹਾਨੂੰ ਤਿਆਰ ਰਹਿਣਾ ਪੈਣਾ। ਨਹੀਂ ਤੇ ਜੇ ਤੁਸੀਂ ਨਤੀਜੇ ਸਹਿਣ ਲਈ ਤਿਆਰ ਨਹੀਂ ਤਾਂ ਕੋਈ ਲੋੜ ਨਹੀਂ ਸੱਚ ਬੋਲਣ ਦੀ। ਸੱਚੀ ਗੱਲ। ਸੋ ਕਹਿੰਦੇ ਜੋ ਭਲਾਈ ਸੋ ਬੁਰਾ ਜਨ। ਭਲਾਈ ਨੂੰ ਤਾਂ ਮਾੜਾ ਸਮਝਦਾ। ਜੇ ਤੁਸੀਂ ਭਲੇ ਦੀ ਗੱਲ ਕਰੋ ਉਹ ਉਸ ਬੰਦੇ ਨੂੰ ਹੀ ਮਾੜਾ ਗਿਣਦਾ। ਕਿਸੇ ਸ਼ਰਾਬੀ ਨੂੰ ਕਹਿੰਦਾ ਭਾਈ ਸ਼ਰਾਬ ਨਾ ਪੀਆ ਕਰ, ਤੁਹਾਨੂੰ ਹੇਟ ਕਰੇਗਾ ਅੰਦਰੋਂ। ਆਹ ਪੀਣੀ ਨਹੀਂ, ਮੈਨੂੰ ਪੀਣ ਨਹੀਂ ਦਿੰਦਾ, ਮੈਨੂੰ ਪੀਣ ਨਹੀਂ ਦਿੰਦਾ। ਉਹ ਤੁਹਾਨੂੰ ਚੰਗਾ ਨਹੀਂ ਸਮਝੇਗਾ। ਕਿਸੇ ਕਾ ਭਾਈ ਬਾਣੀ ਪੜ੍ਹਿਆ ਕਰੋ, ਉਹ ਯਾਰ ਤੂੰ ਹੀ ਪੜ੍ਹੀ ਜਾ, ਕਿਉਂ ਰੋਜ਼ ਕੰਨ ਖਾਧੇ ਨੇ, ਐਂ ਕਹੂਗਾ। ਚੰਗੀ ਨਹੀਂ ਲੱਗਦੀ ਗੱਲ। ਜੋ ਭਲਾਈ ਸੋ ਬੁਰਾ ਜਨ। ਸਾਚ ਕਹੈ ਸੋ ਬਿਖੈ ਸਮਨ। ਬਿਖ ਜ਼ਹਿਰ ਸਮਨ ਬਰਾਬਰ ਵਰਗਾ। ਸੱਚ ਕਹਿੰਦਾ ਤਾਂ ਉਹਨੂੰ ਜ਼ਹਿਰ ਵਰਗਾ ਲੱਗਦਾ। ਜਾਣੇ ਨਾਹੀਂ ਜੀਤ ਅਰ ਹਾਰ। ਹੁਣ ਤੇ ਪਤਾ ਨਹੀਂ ਜਿੱਤ ਕੀ ਹੁੰਦੀ ਤੇ ਹਾਰ ਕੀ ਹੁੰਦੀ। ਧਰਮ ਅਨੁਸਾਰ ਜਿੱਤ ਕੀ ਹੈ? ਨਾਮ ਜਪ ਕੇ ਸੰਸਾਰ ਤੋਂ ਜਾਣਾ, ਜੀਵਨ ਬਾਜ਼ੀ ਜਿੱਤ ਕੇ ਜਾਣਾ। ਨਾਮ ਨਾ ਜਪਣਾ ਤੇ ਕਰੋੜਾਂ ਰੁਪਈਏ ਇਕੱਠੇ ਕਰ ਲੈਣੇ, ਇਹ ਧਰਮ ਕਹਿੰਦਾ ਤੂੰ ਬਾਜ਼ੀ ਹਾਰ ਕੇ ਚੱਲੇ। ਤੇਰੀ ਅੱਗੇ ਕੁਟਾਈ ਹੋਣੀ, ਜਮਨ ਤੇ ਜਮਦੂਤਾਂ ਤੇਰਾ ਕੁਟਾਪਾ ਕਰਨਾ, ਕਿਉਂਕਿ ਤੂੰ ਬਾਜ਼ੀ ਹਾਰ ਗਿਆ ਤਾਂ ਕੋਈ ਸਤਿਕਾਰ ਨਹੀਂ ਹੁੰਦਾ, ਜਿੱਤੇ ਹੋਏ ਦੇ ਸਤਿਕਾਰ ਹੁੰਦਾ। ਇਹ ਵਲੇਵਾ ਸਾਕਤ ਸੰਸਾਰ। ਸਾਕਤ ਦਾ ਮਾਇਆ ਧਾਰੀ ਸੰਸਾਰ, ਰੱਬ ਨਾਲ ਟੁੱਟੇ ਹੋਏ ਲੋਕ, ਨਾਸਤਕਾਂ ਦਾ ਸੰਸਾਰ ਹੈ। ਇਹ ਉਹਨਾਂ ਦਾ ਵਰਤ ਵਿਹਾਰ ਹੈ। ਵਲੇਵਾ ਹੁੰਦਾ ਵਰਤ ਵਿਹਾਰ। ਇਹ ਉਹਨਾਂ ਦੀ ਸੋਚ ਹੈ। ਜੋ ਹਲਾਹਲ ਸੋ ਪੀਵੈ ਬੋਰ। ਹਲਾਹਲ ਜ਼ਹਿਰ, ਜੋ ਜ਼ਹਿਰ ਹੈ ਕਮਲਾ ਉਸ ਨੂੰ ਪੀਂਦਾ, ਉਹਨੂੰ ਮਿੱਠਾ ਕਰਕੇ ਸਮਝਦੇ ਨੇ। ਨਸ਼ੇ ਜ਼ਹਿਰ ਨੇ। ਕੋਈ ਨਸ਼ਾ ਮਿੱਠਾ ਨਹੀਂ ਹੁੰਦਾ। ਵੈਸੇ ਵੀ ਸਵਾਦ ਦੇ ਵਿੱਚ ਕੋਈ ਨਸ਼ਾ ਮਿੱਠਾ ਨਹੀਂ ਹੁੰਦਾ। ਚਾਹ ਨੂੰ ਅੱਜ ਕੱਲ੍ਹ ਨਸ਼ਾ ਨਹੀਂ ਗਿਣਦੇ, ਕਿਉਂਕਿ ਬਹੁਤ ਇਹਦੀ ਵਰਤੋਂ ਹੋ ਗਈ ਹੈ। ਇਹਦੀ ਵਰਤੋਂ ਬਹੁਤ ਜ਼ਿਆਦਾ ਹੋਣ ਕਾਰਨ ਇਹ ਹੁਣ ਨਸ਼ਾ ਨਹੀਂ ਗਿਣਿਆ ਜਾਂਦਾ। 50 ਸਾਲਾਂ ਦਾ ਸਾਰੇ ਸੰਸਾਰ 'ਚ ਸ਼ਰਾਬ ਹੀ ਸ਼ਰਾਬ ਹੋ ਜਾਣੀ ਹੈ। ਲੋਕਾਂ ਨੇ ਇਸ ਨੂੰ ਫਿਰ ਨਸ਼ੇ ਨਹੀਂ ਗਿਣਿਆ ਕਰਨਾ। ਆਏਗਾ ਦੀ ਸੇਵਾ ਜਿਵੇਂ ਤੁਸੀਂ ਚਾਹ ਨਾਲ ਕਰਦੇ ਨਾ, ਫਿਰ ਘੁੱਟ ਪਿਲਾ ਕੇ ਹੈ ਕਿ ਉਹਦੀ ਬੋਤਲ ਖੋਲ੍ਹ ਦਿਆ ਕਰਨੀ, ਗਲਾਸ ਰੱਖ ਦਿਆ ਕਰਨੇ, ਲਓ ਜੀ ਲਾਓ ਪੈਗ, ਮੱਤ ਆਵੇ ਪਰ ਗੱਲਾਂ ਬਾਤਾਂ ਕਰੀਏ।
ਕਹਿੰਦੇ ਜੀ ਉਹ ਘੁੱਟ ਪਿਲਾ ਯਾਰ ਮਤ ਆਵੇ। ਗੁਰਬਾਣੀ ਕਹਿੰਦੀ ਬਰਲ ਪਵੇ ਮਤ ਆਏ। ਸ਼ਰਾਬ ਪੀ ਕੇ ਮਤ ਕਮਲੀ ਹੋ ਜਾਂਦੀ ਹੈ, ਅਤੇ ਪੀਣ ਨਾਲ ਕਹਿੰਦੇ ਘੁੱਟ ਪਿਲਾ ਯਾਰ ਮਤ ਆਵੇ। ਅਤੇ ਜੇ ਉਹਨੂੰ ਕੋ ਨਹੀਂ ਪੀ ਕੇ ਕੁਮੱਤ ਆਉਂਦੀ ਹੈ, ਫਿਰ ਚੰਗੀ ਨਹੀਂ ਲੱਗਣੀ ਉਹਨੂੰ। ਸੋ ਧਾਮ ਕਹਿੰਦੇ ਜੋ ਹਲਾਲ ਹੈ ਸੋ ਪੀਵੇ ਪਰ, ਜੋ ਜ਼ਹਿਰ ਹੈ ਇਹ ਕਮਲਾ ਉਸ ਨੂੰ ਪੀਂਦਾ ਹੈ। ਅੰਮ੍ਰਿਤ ਨਾਮ ਜਾਣੇ ਕਰ ਕੌਰ। ਨਾਮ ਹੈਗਾ ਅੰਮ੍ਰਿਤ, ਅਤੇ ਅੰਮ੍ਰਿਤ ਹੁੰਦਾ ਮਿੱਠਾ। ਜਦੋਂ ਅੰਮ੍ਰਿਤ ਤਿਆਰ ਕੇ ਦਸਮ ਪਾਤਸ਼ਾਹ ਨੇ ਪਤਾਸੇ ਘੋਲੇ ਸਨ, ਮਿੱਠਾ ਪਾਇਆ ਸੀ, ਮਿੱਠਾ ਪਾਇਆ। ਮਤਲਬ ਤਾਂ ਮਿੱਠਾ ਪਾਉਣ ਦਾ ਫਿਰ, ਕਿਉਂਕਿ ਉਹਨਾਂ ਨੇ ਪਤਾਸੇ ਪਾਏ ਸਨ, ਇਸ ਲਈ ਫਿਰ ਹੁਣ ਜਦੋਂ ਦਾ 300 ਸਾਲ ਤੋਂ ਵੱਧ ਸਮਾਂ ਹੋ ਗਿਆ, ਹੁਣ ਸਾਰੇ ਥਾਂ 'ਤੇ ਜਦੋਂ ਵੀ ਅੰਮ੍ਰਿਤ ਤਿਆਰ ਹੁੰਦਾ ਕੋਈ ਚੀਨੀ, ਸ਼ੱਕਰ ਜਾਂ ਗੁੜ ਨਹੀਂ ਪਾਈ ਜਾਂਦੇ, ਪਤਾਸੇ ਹੀ ਪਾਏ ਜਾਂਦੇ, ਤਾਂ ਮਿੱਠਾ ਪਾਇਆ ਜਾਂਦਾ। ਅੰਮ੍ਰਿਤ ਮਿੱਠਾ ਹੁੰਦਾ। ਨਾਮ ਨੂੰ ਅੰਮ੍ਰਿਤ ਕਿਹਾ ਹੈ। ਨਾਮ ਐਕਚੁਅਲੀ ਮਿੱਠਾ ਹੁੰਦਾ। ਜਾਣੇ ਕਰ ਕੌੜਾ, ਇਹਨੂੰ ਕੌੜਾ ਸਮਝਦਾ ਹੈ। ਜੋ ਮਿੱਠਾ ਹੈ ਉਸ ਨੂੰ ਇਹ ਇਨਸਾਨ ਕੌੜਾ ਸਮਝਦਾ ਹੈ। ਸਾਧ ਕੈ ਸੰਗ ਨਾਹੀ ਨੇਰ, 184 ਭ੍ਰਮਤਾ ਫੇਰ। ਸਾਧੂ ਸੰਗਤ ਦੇ ਨੇੜੇ ਤਾਂ ਜਾਂਦੇ ਹੀ ਨਹੀਂ ਹੈ। ਸਤ ਸੰਗਤ ਦੇ ਨੇੜੇ, ਗੁਰੂ ਦੀ ਸੰਗਤ ਦੇ ਨੇੜੇ, ਕਿਸੇ ਸਾਧੂ ਦੀ ਸੰਗਤ ਦੇ ਨੇੜ, ਮੈਨੇ ਨੇੜੇ, ਸਤ ਸੰਗਤ ਦੇ ਤਾਂ ਨੇੜੇ ਹੀ ਨਹੀਂ ਜਾਂਦਾ। ਫਿਰ ਨਤੀਜਾ ਕੀ ਨਿਕਲਦਾ? 184 ਭ੍ਰਮਤਾ ਫੇਰ। 84 ਲੱਖ ਜੂਨੀਆਂ 'ਚ ਭਟਕਦਾ ਰਹਿੰਦਾ, ਭ੍ਰਮਤਾ ਭਟਕਦਾ ਰਹਿੰਦਾ, ਫੇਰ ਗੇੜੇ ਲਾਉਂਦਾ ਰਹਿੰਦਾ। ਏਕੈ ਜਾਲ ਪਹਾਏ ਪੰਖੀ, ਰਸ ਰਸ ਭੋਗ ਕਰੇ ਬੌਰੰਗੀ। ਸਾਰੇ ਪੰਛੀ ਇੱਕੋ ਜਾਲ 'ਚ ਫਸੇ ਹੋਏ ਹਨ। ਉਹ ਕਾਹਦਾ ਜਾਲ ਹੈ? ਮਾਇਆ ਦਾ। ਸਾਰੇ ਜੀਵ, ਪੰਛੀਆਂ ਨੂੰ ਤਾਂ ਮਾਇਆ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਗੁਰਬਾਣੀ ਕਹਿੰਦੀ ਪੰਛੀ ਤਾਂ ਆਪਣੀ ਜੇਬ 'ਚ ਪੈਸੇ ਰੱਖਦੇ ਹੀ ਨਹੀਂ ਹੈਗੇ, ਕਿਉਂਕਿ ਉਹਨਾਂ ਨੂੰ ਕੱਲ੍ਹ ਦੀ ਚਿੰਤਾ ਹੀ ਨਹੀਂ ਹੈ। ਉਹ ਕੁਦਰਤ ਦੇ ਨਿਰਭਰ ਨੇ, ਅਤੇ ਕੁਦਰਤ ਨੂੰ ਪਤਾ ਹੈ ਪੰਛੀ ਮੇਰੇ ਤੇ ਨਿਰਭਰ ਨੇ, ਉਹਨਾਂ ਦੇ ਖਾਣ ਪੀਣ ਦਾ ਪ੍ਰਬੰਧ ਕੁਦਰਤ ਕਰਦੀ ਹੈ। ਬੰਦੇ ਨੂੰ ਵਿਸ਼ਵਾਸ ਹੀ ਨਹੀਂ ਹੈ। ਇਹਨੂੰ ਰਾਤ ਦੀ ਰੋਟੀ ਦੀ ਚਿੰਤਾ ਲੱਗੀ ਰਹੀ, ਇਸ ਲਈ ਕੋਲ ਪੈਸੇ ਰੱਖਦਾ ਹੈ। ਪੈਸੇ ਤੋਂ ਬਿਨਾਂ ਗੱਲ ਨਹੀਂ ਬਣਨੀ। ਕੱਲ੍ਹ 'ਤੇ ਵਿਸ਼ਵਾਸ ਹੀ ਨਹੀਂ ਹੈ। ਕਿਉਂ? ਅਸੀਂ ਧਾਰਮਿਕ ਹੀ ਨਹੀਂ ਹੋਏ। ਭਾਈ ਸਾਹਿਬ ਭਾਈ ਰਘਬੀਰ ਸਿੰਘ ਜੀ ਕਲਕੱਤੇ ਦੇ ਪ੍ਰੋਫੈਸਰ ਹੋਏ ਨੇ। ਉਹ ਵੈਸੇ ਸੰਤ ਸਨ। ਉਹਨਾਂ ਦੀਆਂ ਕਿਤਾਬਾਂ ਪੜ੍ਹੋ, ਕਿੰਨਾ ਗਿਆਨ ਹੁੰਦਾ ਹੈ। ਧਰਮ ਦਾ ਬੜਾ ਹੀ ਗੂੜਾ ਗਿਆਨ ਉਹਨਾਂ ਦੀ ਕਿਤਾਬਾਂ ਪੜ੍ਹ ਕੇ, ਔਰ ਬੜੇ ਸਿੰਪਲ ਪੰਜਾਬੀ ਕਿਤਾਬਾਂ ਲਿਖੀ। ਮੈਂ ਕਮਾਲ ਵੀ ਇੰਨੇ ਸਾਲ ਪਹਿਲਾਂ ਉਹਨਾਂ ਨੇ ਕਿਤਾਬਾਂ ਲਿਖੀਆਂ, ਬਿਲਕੁਲ ਅੱਜ ਦੀ ਪੰਜਾਬੀ, ਸਿੰਪਲ ਪੰਜਾਬੀ 'ਚ ਲਿਖੀਆਂ, ਹਰ ਇੱਕ ਬੰਦਾ ਸਮਝ ਸਕਦਾ ਹੈ। ਕੋਈ ਉਹ 'ਚ ਵਿਦਵਤਾ ਨਹੀਂ ਘੋਟੀ ਹੈਗੀ। ਕਿਵੇਂ ਉਹਨਾਂ ਨੇ ਪਰਮਾਤਮਾ ਦੀ ਪ੍ਰਾਪਤੀ ਕੀਤੀ, ਉਹ ਸਾਰਾ ਕੁਛ ਉਹਨਾਂ ਲਿਖਿਆ ਹੋਇਆ। ਬਹੁਤ ਕਿਤਾਬਾਂ ਉਹਨਾਂ ਲਿਖੀਆਂ, ਕਈ ਕਿਤਾਬਾਂ ਮੈਂ ਉਹਨਾਂ ਦੀਆਂ ਪੜ੍ਹੀਆਂ ਨੇ। ਤਾਂ ਪਤਾ ਨਹੀਂ ਕੀ ਦੱਸਣ ਲੱਗਾ ਸੀ। ਹਾਂਜੀ, ਉਹ ਤਾਂ ਮੈਨੂੰ ਪਤਾ ਹੈ। ਹਾਂ, ਉਹ ਕਹਿੰਦੇ ਸਾਨੂੰ, ਕਿਉਂਕਿ ਅਸੀਂ ਅੰਦਰੋਂ ਧਾਰਮਿਕ ਨਹੀਂ, ਸਾਨੂੰ ਇਹ ਵਿਸ਼ਵਾਸ ਹੀ ਨਹੀਂ ਕਿ ਜਿਹੜਾ ਪਰਮਾਤਮਾ ਨੂੰ ਅੱਜ ਰੋਟੀ ਦਿੰਦਾ ਕੱਲ੍ਹ ਨੂੰ ਵੀ ਦੇਵੇਗਾ। ਅਸੀਂ ਕਹਿੰਦੇ ਮੈਂ ਤਾਂ ਆਪਣੀ ਕਮਾ ਕੇ ਖਾਂਦਾ, ਪਰ ਉਹ ਕਹਿੰਦੇ ਫਿਰ ਕਮਾਲ ਹੈ। ਕਮਾਲ ਹੈ। ਕੀ ਤੁਹਾਡਾ ਬੱਚਾ ਆਪ ਕਮਾ ਕੇ ਖਾਂਦਾ? ਬੋਲੋ,
ਤੁਸੀਂ ਦਿੰਦੇ ਕਿ ਨਹੀਂ? ਤੁਸੀਂ ਨਹੀਂ ਕਿਉਂ ਦਿੰਦੇ ਹੋ? ਕਿਉਂ ਤੁਹਾਡੇ 'ਤੇ ਨਿਰਭਰ ਹੈ। ਜਦੋਂ ਅਸੀਂ ਪਰਮਾਤਮਾ ਦੇ ਨਿਰਭਰ ਹੋ ਜਾਵਾਂਗੇ, ਹੋਰ ਕਿਸੇ ਦਾ ਸਹਾਰਾ ਛੱਡ ਦਿਆਂਗੇ, ਪਰਮਾਤਮਾ ਸਾਨੂੰ ਪਾਲੇਗਾ। ਕਹਿੰਦੇ ਮੈਂ ਸੂਟਡ ਬੂਟਡ ਬਾਜ਼ਾਰ 'ਚ ਜਾ ਰਿਹਾ ਹਾਂ ਕਲਕੱਤੇ ਦੇ, ਇੱਕ ਮੁਸਲਮਾਨ ਮੰਗਤੇ ਦੀ ਤਰ੍ਹਾਂ ਮੇਰੇ ਕੋਲ ਆਇਆ ਹੈ। ਕਹਿੰਦਾ 2 ਪੈਸੇ ਦੇ ਦਿਓ। ਮੈਂ ਕਿਹਾ ਕੀ ਕਰੇਂਗਾ? ਕਿ ਮੈਂ ਉਹ ਹੋਟਲ ਤੋਂ ਰੋਟੀ ਖਾਣੀ, ਭਲੇ ਜ਼ਮਾਨੇ ਸਨ, 2 ਪੈਸੇ ਦੀ ਵੀ ਰੋਟੀ ਆਉਂਦੀ ਸੀ। ਮੈਂ ਉਸ ਸਮੇਂ ਦੀ ਤੁਹਾਨੂੰ ਸਾਂਝ ਕਰ, ਕਹਿੰਦਾ ਮੈਨੂੰ 2 ਪੈਸੇ ਦੇ ਦੇ। ਉਹਨੇ ਹੋਟਲ ਤੋਂ ਰੋਟੀ ਲਈ, ਬੈਠ ਕੇ ਖਾਣ ਲੱਗ ਗਿਆ। ਮੈਂ ਅੱਗੇ ਚਲਿਆ ਗਿਆ। ਅਗਲੇ ਦਿਨ ਕੁਦਰਤੀ ਮੈਂ ਉੱਥੋਂ ਫਿਰ ਲੰਘਿਆ, ਉਹ ਫਿਰ ਮੇਰੇ ਕੋਲ ਆ ਗਿਆ। ਮੈਂ ਪਹਿਚਾਣ ਲਿਆ ਉਹਨੂੰ। ਕਹੇ ਜੀ 2 ਪੈਸੇ ਦਿਓ, ਮੈਂ ਰੋਟੀ ਖਾਣੀ। ਕਹਿੰਦਾ ਮੈਨੂੰ 2 ਆਨੇ ਦੇ ਦਿੱਤੇ ਵੀ ਚਲੋ ਫਿਰ ਕੰਮ ਆਉਣਗੇ। ਉਹਨੇ 2 ਪੈਸੇ ਰੱਖ ਕੇ ਬਾਕੀ ਸੜਕ 'ਤੇ ਸੁੱਟਦੇ ਤੇ ਲਾਲ ਅੱਖਾਂ ਕੱਢ ਕੇ ਮੇਰੇ ਵੱਲ ਕਹਿੰਦਾ, ਐ ਮੂਰਖ, क्या तुम सोचते हो कि जिस अल्लाह ने आज मुझे खाने को दिया, क्या वो अल्लाह कल को मर जाएगा? कहते मैं हक्का बक्का रह गया भी ये किथे पहुँच चुका है तो मैं अजे किथे हूँ। ये किथे पहुँच चुका है तो मैं किथे हाँ। मैं अजे भी कहना कल तेरे कल रोटी खानी काम आउणगे। और कहना जिस अल्लाह ने अज मैनू रोटी ਦਿੱਤੀ ਹੈ, ਤੁਹਾਡਾ ਕੀ ਖਿਆਲ ਕੱਲ੍ਹ ਨੂੰ ਅੱਲਾ ਮਰ ਜਾਏਗਾ? ਕੱਲ੍ਹ ਨੂੰ ਨਹੀਂ ਜਾਏਗਾ। ਕਹਿੰਦਾ ਮੈਂ ਸਾਰੇ ਮੇਰੇ ਸੂਟਡ ਬੂਟਡ ਖਤਮ ਹੋ ਗਏ, ਸ਼ਰਮਿੰਦਾ ਮੈਂ ਹੋ ਗਿਆ। ਅਤੇ ਮੈਂ ਕਿਹਾ ਬਈ ਧੰਨ ਕਿਹਾ ਗਿਆ ਵੀ ਧੰਨ ਤੂੰ ਹੈ ਯਾਰ, ਤੂੰ ਹੈ ਅਸਲ। ਕਹਿੰਦਾ ਪਹਿਲੀ ਵਾਰ ਮੈਨੂੰ ਕੋਈ ਵਾਕਈ ਧਾਰਮਿਕ ਬੰਦਾ ਟੱਕਰਿਆ, ਇੰਨਾ ਵਿਸ਼ਵਾਸ ਕਹਿੰਦਾ ਪਰਮਾਤਮਾ 'ਤੇ। ਅਤੇ ਜਦੋਂ ਇੰਨਾ ਵਿਸ਼ਵਾਸ ਵੱਧ ਜਾਏਗਾ ਫਿਰ ਤੁਸੀਂ ਨਿਸ਼ਚਿੰਤ ਹੋ ਜਾਓ ਅਤੇ ਸਾਰੀ ਚਿੰਤਾ ਉਹਨੂੰ ਹੋ ਜਾਣੀ ਹੈ। ਫਿਰ ਸਾਰੀ ਚਿੰਤਾ ਉਹਨੂੰ ਹੋ ਜਾਣੀ। ਪਰ ਇੱਥੇ ਤੱਕ ਪਹੁੰਚਣਾ ਪਤਾ ਨਹੀਂ ਸਾਨੂੰ ਕਿੰਨੇ ਜਨਮ ਲੱਗਣਗੇ, ਪਤਾ ਨਹੀਂ ਕਿੰਨੇ ਜਨਮ ਲੱਗਣਗੇ। ਅੱਜ ਤਾਂ ਇਸ ਗੱਲ ਦੇ ਅਸੀਂ ਨੇੜੇ ਤੇੜੇ ਵੀ ਨਹੀਂ ਹੈਗੇ। ਅਜੇ ਤਾਂ ਪਟਿਆਲੇ ਦੇ ਰਾਜਪੁਰੇ ਹੀ ਪਹੁੰਚਿਆ, ਦਿੱਲੀ ਬੜੀ ਦੂਰ ਹੈ ਜਿਸ ਪੁਆਇੰਟ ਤੋਂ ਦੇਖੀਏ ਤਾਂ। ਉਹ ਲਿਖਦਾ ਫਿਰ ਇਸ ਤਰ੍ਹਾਂ, ਤਾਂ ਗੁਰਬਾਣੀ ਕਹਿੰਦੀ ਏਕ ਜਾਲ ਫਹਾਏ ਪੰਖੀ ਰਸ ਰਸ ਭੋਗ ਕਰੈ ਬੋਰੰਗੀ। ਇਹ ਮਾਇਆ ਦੇ ਜਾਲ 'ਚ ਸਾਰੇ ਫਸੇ ਹੋਏ ਹਨ। ਬੜੇ ਸਵਾਦ ਨਾਲ ਇਹ ਮਾਇਕ ਪਦਾਰਥਾਂ ਦੇ ਭੋਗ ਖਾ ਪੀ ਰਹੇ, ਭੋਗ ਰਹੇ ਹਨ। ਬੜੇ ਸਵਾਦ ਰਸ ਰਸ ਮਾਇਆ ਦੇ ਭੋਗਾਂ 'ਚ ਲੱਗੇ ਹੋਏ ਹਨ, ਕਈ ਪ੍ਰਕਾਰ ਦੇ ਭੋਗਾਂ 'ਚ ਲੱਗੇ ਹੋਏ ਹਨ। ਕਹੋ ਨਾਨਕ ਜਿਸ ਪਏ ਕਿਰਪਾਲ, ਗੁਰ ਪੂਰੈ ਤਾਕੇ ਕਾਟੇ ਜਾਲ। ਜਿਸ 'ਤੇ ਪਰਮਾਤਮਾ ਕਿਰਪਾਲੂ ਹੋ ਗਿਆ, ਕਹੋ ਨਾਨਕ, ਹੇ ਨਾਨਕ, ਜਿਸ 'ਤੇ ਪਰਮਾਤਮਾ ਕਿਰਪਾਲੂ ਹੋ ਗਿਆ, ਗੁਰ ਪੂਰੈ ਤਾਕੇ ਕਾਟੇ ਕਾਲ। ਗੁਰੂ ਪੂਰੇ ਗੁਰੂ ਰਾਹੀਂ ਉਹਦੇ ਸਾਰੇ ਜਾਲ ਕੱਟਦੇ, ਮੋਹ ਮਾਇਆ ਦੇ ਜਾਲ ਹੀ ਕੱਟ ਦਿੱਤਾ। ਪਰਮਾਤਮਾ ਕਿਰਪਾਲੂ ਹੋ ਗਿਆ ਅਤੇ ਗੁਰੂ ਨੇ ਉਹਦੇ ਸਾਰੇ ਮੋਹ ਮਾਇਆ ਦੇ ਜਾਲ ਹੀ ਕੱਟਦੇ ਹਨ। ਉਹਦੇ ਅੰਦਰੋਂ ਮੋਹ ਮਾਇਆ ਦਾ ਮੋਹ ਹੀ ਖਤਮ ਕਰ ਦਿੱਤਾ। ਇਹ ਮੋਹ ਹੀ ਸਾਨੂੰ ਦੁਖੀ ਕਰਦਾ। ਅਤੇ ਮੋਹ 3 ਪ੍ਰਕਾਰ ਦਾ ਹੁੰਦਾ, ਇੱਕ ਮਾਇਆ ਦਾ ਮੋਹ, ਇੱਕ ਸਰੀਰਾਂ ਦਾ ਮੋਹ, ਇੱਕ ਚੀਜ਼ਾਂ ਦਾ ਮੋਹ। 3 ਪ੍ਰਕਾਰ ਦਾ ਮੋਹ ਹੁੰਦਾ। ਜਾਂ ਸਾਨੂੰ ਚੀਜ਼ਾਂ ਨਾਲ ਮੋਹ ਹੈ, ਜਾਂ ਸਾਨੂੰ ਸਰੀਰਾਂ ਨਾਲ ਮੋਹ ਹੈ, ਜਾਂ ਸਾਨੂੰ ਮਾਇਆ ਨਾਲ ਮੋਹ ਹੈ। ਰਹਿਣਗੀਆਂ ਤਿੰਨੋਂ ਹੀ ਚੀਜ਼ਾਂ, ਚੀਜ਼ਾਂ ਵੀ ਰਹਿਣਗੀਆਂ, ਸਰੀਰ ਵੀ ਰਹਿਣਗੇ, ਮਾਇਆ ਵੀ ਰਹੇਗੀ, ਮੋਹ ਖਤਮ ਹੋ ਜਾਏਗਾ। ਜਿਹੜੇ ਲੋਕ 10 ਨੂੰਹਾਂ ਦੀ ਕਿਰਤ ਕਰਦੇ ਨੇ, ਸਮਝਣ ਦਾ ਮਾਇਆ ਦਾ ਮੋਹ ਖਤਮ ਹੈ। ਜਿਹਦੇ ਅੰਦਰ ਮਾਇਆ ਦਾ ਮੋਹ ਹੈ ਨਾ, ਕਈ ਆਉਂਦੇ ਰਹਿੰਦੇ ਮੇਰੇ ਕੋਲ, ਸਾਨੂੰ ਕੋਈ ਥਾਣਾ ਮਿਲ ਜਾਏ ਜੀ,
ਮੈਨੂੰ ਪਤਾ ਹੁਣ ਇੰਨੇ ਸਾਲ ਹੋ ਗਏ ਵਾਹ ਪੈਂਦੇ, ਕਈ ਸਾਲ ਹੋ ਗਏ ਮੈਂ ਅਖਬਾਰ 'ਚ ਪੜ੍ਹਨਾ ਕਿ SSP ਨੇ ਛਾਪਾ ਮਾਰਿਆ, ਫਲਾਣੇ ਥਾਣੇਦਾਰ ਨੂੰ ਲਾਈਨ ਹਾਜ਼ਰ ਕਰਤਾ, ਪੁਲਿਸ ਲਾਈਨ ਭੇਜਤਾ। ਮੈਂ ਪੁਲਿਸ ਵਾਲਾ ਪੁੱਛਿਆ ਵੀ ਇਹ ਕੀ ਸਜ਼ਾ ਹੈ? ਕੋਈ ਸਸਪੈਂਡ ਨਹੀਂ ਕੀਤਾ, ਕੋਈ ਡਿਸਮਿਸ ਨਹੀਂ ਕੀਤਾ, ਉਹਨੂੰ ਪੁਲਿਸ ਲਾਈਨ 'ਚ ਭੇਜਤਾ। ਕਹਿੰਦੇ ਬਾਬਾ ਜੀ ਪੁਲਿਸ ਲਾਈਨ 'ਚ ਮਿਲਣੀ ਤਨਖਾਹ ਅਤੇ ਥਾਣੇ ਦੇ ਉੱਪਰੋਂ ਪੈਸਾ ਬੜਾ ਹੈ, ਇਸ ਕਰਕੇ ਲੋਕ ਥਾਣਾ ਮੰਗਦੇ ਨੇ ਸਿਰਫ ਇਸ ਲਈ, ਹਰਾਮ ਦੀ ਕਮਾਈ ਲਈ, ਹੋਰ ਕੋਈ ਲੈਣਾ ਦੇਣਾ ਨਹੀਂ। ਇੱਕ ਇਸ ਤਰ੍ਹਾਂ ਪੁਲਿਸ ਲਾਈਨ 'ਚ ਇੱਕ ਸਾਲ ਰਿਟਾਇਰ ਹੋਣ 'ਚ ਰਹਿ ਗਿਆ, ਉਹਨੂੰ ਥਾਣੇ ਭੇਜਦਾ, ਆਰਡਰ ਆ ਗਏ ਫਲਾਣੇ ਥਾਣੇ ਜਾ, ਉਹ ਮੇਰੇ ਕੋਲ ਹੈ ਬਾਬਾ ਜੀ ਕਿਸੇ ਤਰ੍ਹਾਂ ਕਰੋ, ਮੈਂ ਨਹੀਂ ਜਾਣਾ। ਇੱਕ ਸਾਲ ਰਹਿ ਗਿਆ, ਸਾਰੀ ਉਮਰ ਮੈਂ ਪੁਲਿਸ ਲਾਈਨ 'ਚ ਬਿਤਾ ਦਿੱਤੀ ਹੈ, ਸਾਲ ਮੈਂ ਐਵੇਂ ਦੁਖੀ ਹੋਵਾਂਗਾ, ਉੱਪਰਲਿਆਂ ਨੇ ਕਹਿਣਾ ਪੈਸੇ ਭੇਜ, ਮੈਂ ਭੇਜਣੇ ਨਹੀਂ, ਅਖੀਰਲਾ ਸਾਲ ਕਿਤੇ ਗੜਬੜੀ ਨਹੀਂ ਲੋਕ ਕਰਦੇ ਨੇ। ਮੈਂ ਪਾੜ ਦਿੱਤਾ, ਮੈਂ ਕੋਈ ਨਹੀਂ ਤੂੰ ਆ ਪਾੜ ਕਰ, ਤੇਰੀ ਬਦਲੀ ਰੁਕ ਜਾਏਗੀ। ਚਲੋ ਹਫ਼ਤੇ ਬਾਅਦ ਉਹਦੀ ਬਦਲੀ ਰੁਕ ਕੇ ਰਹਿ ਜਾ ਉੱਥੇ ਪੁਲਿਸ ਲਾਈਨ, ਸਾਰੀ ਉਮਰ ਪੁਲਿਸ ਲਾਈਨ 'ਚ ਹੀ ਰਿਹਾ। ਕਈਆਂ ਦੀ ਨਹੀਂ ਰੁਚੀ ਹੁੰਦੀ ਰਿਸ਼ਵਤ ਲੈਣ ਦੀ, ਮਾਇਆ ਉਹਨਾਂ ਕੋਲ ਹੈ, ਤਨਖਾਹ ਮਿਲਦੀ ਹੈ, ਇਹਨੇ ਵੀ ਕੋਈ ਨਾ ਮਾਇਆ ਛੱਡਦੀ ਹੈ, ਮਾਇਆ ਦਾ ਮੋਹ ਛੱਡ ਦਿੱਤਾ ਵੀ ਅਸੀਂ ਗਲਤ ਤਰੀਕੇ ਨਾਲ ਮਾਇਆ ਨਹੀਂ ਕਮਾਣੀ। ਔਰ ਯਾਦ ਰੱਖਿਓ, ਜਿਹੜੇ ਗਲਤ ਤਰੀਕੇ ਨਾਲ ਮਾਇਆ ਕਮਾਉਂਦੇ ਨੇ ਉਹਨਾਂ ਦਾ ਪਰਿਵਾਰ ਦੇ ਕੋਈ ਨਾ ਕੋਈ ਜੀ ਵਿਗੜ ਜਾਂਦਾ, ਅਤੇ ਜੇ ਇੱਕ ਵੀ ਜੀ ਵਿਗੜ ਗਿਆ ਤਾਂ ਪਰਿਵਾਰ ਦੀ ਸ਼ਾਂਤੀ ਤਾਂ ਖਤਮ, ਕਿਉਂਕਿ ਹਰਾਮ ਦੀ ਕਮਾਈ ਬੁੱਧੀ ਭ੍ਰਿਸ਼ਟ ਕਰਦੀ ਹੈ। ਜੋ ਜੋ ਹਰਾਮ ਦੀ ਕਮਾਈ ਖਾਏਗਾ ਉਸਦੀ ਬੁੱਧੀ ਭ੍ਰਿਸ਼ਟ ਹੋ ਸਕਦੀ ਹੈ। ਜੇ ਇੱਕ ਦੀ ਵੀ ਬੁੱਧੀ ਭ੍ਰਿਸ਼ਟ ਹੋ ਗਈ ਪਰਿਵਾਰ ਦੇ ਵਿੱਚੋਂ, ਪੁੱਠੇ ਕੰਮ ਕਰਨ ਲੱਗ ਪਿਆ, ਸਾਰੇ ਪਰਿਵਾਰ ਦੀ ਸ਼ਾਂਤੀ ਖਤਮ ਹੋਣੀ। ਕੀ ਖੱਟਿਆ ਬਈ ਫਿਰ ਉਸ ਮਾਇਆ ਦਾ ਨਾਲ, ਕੀ ਖੱਟਿਆ? ਦੁੱਖ ਹੀ ਖੱਟਿਆ। ਕਈ ਵਾਰੀ ਘਰ ਦੇ ਜੀ ਕਹਿੰਦੇ ਗੁਜ਼ਾਰਾ ਬੜਾ ਔਖਾ ਹੋ ਰਿਹਾ ਜੀ, ਕਈ ਤਾਂ ਜਨਾਨੀ ਹੀ ਲਾਉਂਦੇ ਬੰਦੇ ਰਿਸ਼ਵਤ ਲੈਣ। ਉਹ ਫਲਾਣਾ ਕਲਰਕ ਲੱਗਾ ਹੋਇਆ ਹੈ, ਉਹਨੇ ਕੋਠੀ ਪਾ ਲਈ, ਕਾਰ ਹੈ, ਵੱਡਾ ਇਮਾਨਦਾਰ ਆ ਗਿਆ ਹੈ, ਆਪਣੇ ਘਰ ਹੈ, ਵੱਡਾ ਇਮਾਨਦਾਰ ਆ ਗਿਆ ਹੈ, ਤੇਰੇ ਥੋੜ੍ਹੀ ਕਮਾ ਹੁੰਦਾ। ਅਤੇ ਜਿਹੜਾ ਥੋੜ੍ਹਾ ਜਿਹਾ ਕਮਲਾ ਫਿਰ ਉਹ ਅੱਖ ਚੱਬਦਾ, ਇਹ ਸ਼ੁਰੂ ਅੱਖ ਲੱਗਦਾ, ਮਗਰੋਂ ਤਾਂ ਫਿਰ ਬੜਾ ਬਰਫੀ ਲੱਗਦੀ ਹੈ, ਫਿਰ ਮਿਸ਼ਰੀ ਲੱਗਦੀ ਹੈ, ਫਿਰ ਬੜਾ ਕੁਝ ਲੱਗਦਾ ਹੈ। ਸ਼ੁਰੂ 'ਚ ਇਹ ਅੱਖ ਚੱਬਣਾ ਔਖਾ ਲੱਗਦਾ, ਡਰ ਲੱਗਦਾ ਕਿਤੇ ਫੜਿਆ ਨਾ ਜਾਵੇ, ਕੋਈ ਵੇਖ ਨਾ ਲਵੇ, ਫਿਰ ਬੇਸ਼ਰਮ ਹੋ ਜਾਂਦਾ ਬੰਦਾ, ਤੇ ਫਿਰ ਚੱਲ ਸੋ ਚੱਲ। ਚਲੋ ਖੈਰ, ਧਰਮ ਤਾਂ ਇਹ ਕਹਿੰਦਾ ਭਾਈ ਦਸਾਂ ਨੂੰਹਾਂ ਦੀ ਕਿਰਤ ਕਰੋ। ਸੋ ਤਾਂ ਗੁਰੂ ਮਹਾਰਾਜ ਕਹਿੰਦੇ ਜਿਸ 'ਤੇ ਫਿਰ ਪਰਮਾਤਮਾ ਕਿਰਪਾਲੂ ਹੁੰਦਾ, ਫਿਰ ਪੂਰਾ ਗੁਰੂ ਉਹਦੇ ਮਾਇਆ ਦੇ ਮੋਹ ਦੇ ਜਾਲ ਕੱਢ ਦਿੰਦਾ। ਗੌੜੀ ਗੁਆਰੇਰੀ ਮਹਿਲਾ ਪੰਜਵਾਂ, ਤੋ ਕਿਰਪਾ ਤੇ ਮਾਰਗ ਪਾਈਏ, ਪ੍ਰਭ ਕਿਰਪਾ ਤੇ ਨਾਮ ਧਿਆਈਏ। ਹੇ ਪਰਮਾਤਮਾ, ਉਹ ਭਾਈ ਕਿਹਦਾ ਚੱਲ ਰਿਹਾ ਮੋਬਾਈਲ? ਕੋਈ ਨਵਾਂ ਹੀ ਆਇਆ ਹੋਣਾ ਅੱਜ। ਗੁਰਦੁਆਰੇ ਮੰਦਰ ਜਦੋਂ ਜਾਓ ਮੋਬਾਈਲ ਬੰਦ ਕਰਕੇ ਜਾਓ। ਉਹ ਪਤਾ ਕਿ ਸਾਡੀ ਜਿਹੜੀ ਸੰਗਤ ਹੈ ਇਹ ਬਹੁਤ ਡਿਸਪਲਿਨ 'ਚ ਰਹਿੰਦੀ ਹੈ, ਅਤੇ ਜਦੋਂ ਉਹਨੂੰ ਆਵਾਜ਼ ਆਉਂਦੀ ਹੈ ਫਿਰ ਸੰਗਤ ਨੂੰ ਬੜਾ ਔਖਾ ਲੱਗਦਾ ਹੈਗਾ। ਬੰਦ ਕਰਕੇ ਨਹੀਂ ਬਾਹਰ ਗਏ, ਚਲਦੇ 'ਚ ਹੀ ਗਏ। ਚਲੋ ਦਾਤਾ ਭਲੀ ਕਰੇ। ਤੋ ਕਿਰਪਾ ਤੇ ਮਾਰਗ ਪਾਈਏ, ਪ੍ਰਭ ਕਿਰਪਾ ਤੇ ਨਾਮ ਧਿਆਈਏ। ਤੋ ਮੈਨੇ ਤੇਰੀ, ਹੇ ਪਰਮਾਤਮਾ ਤੇਰੀ ਕਿਰਪਾ ਨਾਲ ਸਹੀ ਰਸਤੇ ਦੀ ਪ੍ਰਾਪਤੀ ਹੁੰਦੀ ਹੈ। ਸਹੀ ਰਸਤਾ ਕੀ ਹੈ? ਨਾਮ ਜਪਣਾ, ਸ਼ੁਭ ਕਰਮ ਕਰਨਾ, ਇਹ ਸਹੀ ਰਸਤਾ। ਉਹਦੀ ਕਿਰਪਾ ਤੋਂ ਬਿਨਾਂ ਇਹ ਸੋਚ ਹੀ ਨਹੀਂ ਆਉਂਦੀ। ਪਰਮਾਤਮਾ ਦੀ ਕਿਰਪਾ ਤੋਂ ਬਿਨਾਂ ਮਨੁੱਖ ਦੇ ਅੰਦਰ ਇਹ ਸੋਚ ਹੀ ਨਹੀਂ ਆਉਂਦੀ ਕਿ ਮੈਂ ਸ਼ੁਭ ਕਰਮ ਕਰਨੇ ਅਤੇ ਨਾਮ ਜਪਣਾ ਹੈ। ਜਦੋਂ ਉਹਦੀ ਕਿਰਪਾ ਹੁੰਦੀ ਹੈ ਫਿਰ ਇਹ ਸੋਚ ਸਾਡੀ ਬਣ ਜਾਂਦੀ ਹੈ ਕਿ ਸ਼ੁਭ ਕਰਮ ਕਰਨੇ ਅਤੇ ਨਾਮ ਜਪਣਾ।
ਤੋ ਕਿਰਪਾ ਤੇ ਮਾਰਗ ਪਾਈਏ, ਪ੍ਰਭ ਕਿਰਪਾ ਤੇ ਨਾਮ ਧਿਆਈਏ। हे ਪ੍ਰਮਾਤਮਾ, ਪਰਮਾਤਮਾ ਦੀ ਕਿਰਪਾ ਨਾਲ ਹੀ ਨਾਮ ਜਪਿਆ ਜਾ ਸਕਦਾ। ਉਹਦੀ ਕਿਰਪਾ ਤੋਂ ਮੇਰਾ ਨਾਮ ਨਹੀਂ ਜਪ ਹੁੰਦਾ। ਉਹਦੀ ਕਿਰਪਾ ਨਾ ਹੋਵੇ, ਅਲਾਰਮ ਵੱਜੇਗਾ, ਤੁਸੀਂ ਪਏ ਪਏ ਅਲਾਰਮ ਬੰਦ ਕਰ ਦਿਓਗੇ, ਉੱਠੋਗੇ ਨਹੀਂ। ਬਸ ਹੁਣੇ 2 ਮਿੰਟਾਂ ਨੂੰ ਉੱਠਦਾ ਵੀ ਫਿਰ 2 ਮਿੰਟ ਪਤਾ ਨਹੀਂ 2 ਘੰਟਿਆਂ ਦੇ ਬਰਾਬਰ ਹੋ ਜਾਂਦੇ ਹਨ। ਜੇ ਤਾਂ ਅਲਾਰਮ ਵੱਜਦੇ ਸਾਰੀ ਉੱਠ ਕੇ ਅਲਾਰਮ ਬੰਦ ਕੀਤਾ, ਫਿਰ ਤਾਂ ਗੱਲ ਬਣ ਸਕਦੀ ਹੈ ਵੀ ਉੱਠ ਪਿਆ ਹੁਣ। ਅਤੇ ਜੇ ਕਿਹਾ ਚਲ 2 ਮਿੰਟ ਹੋਰ ਸੌਂ ਲਈਏ, ਫਿਰ ਇੱਕ ਵਾਰੀ ਸੌਂ ਗਿਆ, ਫਿਰ ਪਤਾ ਨਹੀਂ ਕਦੋਂ ਜਾਗ ਆਵੇ। ਜਦੋਂ ਉਹ ਉੱਠਣਾ ਚਾਹੁੰਦਾ ਸੀ ਤਾਂ ਕਿਰਪਾ ਹੀ ਨਹੀਂ ਹੋਈ, ਉਹਦੀ ਕਿਰਪਾ ਹੀ ਨਹੀਂ ਹੋਈ। ਆਪਣਾ ਸਤਸੰਗੀ ਮੁੰਡਾ ਸੀ, ਬੜਾ ਅੱਛੀ ਅਵਸਥਾ ਦਾ। ਮੈਂ ਉਹਨੂੰ ਕਿੰਨੇ ਵਾਰੀ ਕਿਹਾ ਵੀ ਤੂੰ ਆਇਆ ਕਰ ਸਤਸੰਗ, ਕਦੇ ਉੱਠ ਹੀ ਨਹੀਂ ਹੁੰਦਾ ਜੀ। ਵਿੱਚ ਹੀ 10 ਵਜੇ ਦੇ ਸੁੱਤਿਆਂ ਸੁੱਤਿਆਂ ਫਿਰ ਸ਼ਰਮ ਆਉਂਦੀ ਵੀ ਹੁਣ ਕਿੱਥੇ ਜਾਈਏ, ਹੁਣ ਆ ਲੱਗੋ ਰੋਟੀ ਖਾਣ ਵੇਲੇ ਨੂੰ ਆ ਗਏ। ਉਹ ਮੈਂ ਚੱਲ ਜਾ, ਜਦੋਂ ਤੈਨੂੰ ਟਾਈਮ ਲੱਗੇ ਉਹਦੀ ਆ ਜਾ ਕਰ, ਆਇਆ ਕਰ, ਹੌਲੀ ਹੌਲੀ ਕਿਰਪਾ ਹੋ ਜਾਏਗੀ। ਸੋ ਤਾਂ ਹੈ ਪ੍ਰਭ ਕਿਰਪਾ ਤੇ ਨਾਮ ਧਿਆਈਏ। ਪਰਮਾਤਮਾ ਦੀ ਕਿਰਪਾ ਨਾਲ ਹੀ ਨਾਮ ਜਪਿਆ ਜਾ ਸਕਦਾ। ਪ੍ਰਭ ਕਿਰਪਾ ਤੇ ਬੰਧਨ ਛੂਟੈ, ਛੂਟਿਆ ਨਹੀਂ ਪੜ੍ਹਨਾ, ਬੰਧਨ ਬਹੁਵਚਨ। ਜਦੋਂ ਕਰਤਾ ਬਹੁਵਚਨ ਹੋਏ ਫਿਰ ਕਿਰਿਆ ਵੀ ਬਹੁਵਚਨ ਹੁੰਦੀ ਹੈ। ਛੂਟੈ ਇੱਕ ਵਚਨ। ਜਾਂ ਹੋਣਾ ਚਾਹੀਦਾ ਛੱਛੇ ਨੂੰ ਔਂਕੜ ਟੈਂਕਾ ਹਾਹੇ ਨੂੰ ਸਿਹਾਰੀ ਛੁਟੈ, ਕਿਉਂਕਿ ਹੁਣ ਇਹ ਕਵਿਤਾ ਦੇ ਕੁਝ ਅਸੂਲ ਹੁੰਦੇ ਨੇ ਜਿਸ ਦੇ ਵਿੱਚ ਜਿਹੜਾ ਹੈ ਵੱਡੀ ਛੋਟੀਆਂ ਮਾਤਰਾਵਾਂ ਬਰਾਬਰ ਰੱਖਣੀਆਂ ਪੈਂਦੀਆਂ ਨੇ। ਇਸ ਕਰਕੇ ਉਹਨੇ ਲਿਖਿਆ ਛੱਛੇ ਨੂੰ ਦਲੈਂਕੜ ਵੀ ਨਹੀਂ ਪਾਏ, ਛੱਛੇ ਨੂੰ ਔਂਕੜ ਟੈਂਕੇ ਨੂੰ ਦਿਲਾਵਾਂ ਛੁਟੈ। ਦੇਖ ਲਓ, ਜੇ ਛੁਟੈ ਪੜੋਗੇ ਇੱਕ ਵਚਨ ਹੈ, ਕਰਤਾ ਬੰਧਨ ਹੈ ਬਹੁਵਚਨ ਹੈ, ਛੁਟੈ ਇੱਕ ਵਚਨ ਹੋ ਜਾਏਗਾ। ਦੇਖੋ, he is a man, ठीक है, ही है, इज लग गए। दे जे बोलोगे दे इज ए मैन, गलत हो जाएगा, पर कहने अंग्रेजी नहीं आती। दे बहुवचन क्रिया भी फिर बहुवचन आर चाहिए, तो मैन भी तो बहुवचन जगह मैन चाहिए। जे करता बहुवचन चाहे अंग्रेज़ी है, पंजाबी है, हिंदी है, भाषा कोई भी है, ये ग्रैमर सारे की इक्को जी होंदी है। जिस बंदे ने किसी एक भाषा की भी व्याकरण ग्रामर आती ना, उन बाकी दी छेती आ जाती है। क्यों नहीं, वो ही नहीं समझते। वह जाता है, हुण जिन्होंने पता भी वह एक वचन हिंदी च, ते वह दा बहुवचन है वे, वावेला वे। जे आ गया हुण वे जाता है नहीं हो सकता, वे बहुवचन है, वे जाते हैं, फिर हिंदी च आएगा। वह एक वचन है, वाह वाह हा हा हिंदी दा, वह जाता है, वे जाते हैं। क्योंकि वे बहुवचन इसलिए जाता नहीं आ सकता, जाते है नहीं आ सकता। हैं पंजाबी च हन कहते, हा न हन, हिंदी च हैं कहते। वह जा रहा है, वे जा रहे हैं। सो जे करता बहुवचन, क्रिया भी बहुवचन। गुरबाणी च क्रिया जे बहुवचन, क्रिया नकरे बोली जाती है। इसलिए छुटे नूं की बोलांगे, छुटे। प्रभ किरपा ते बंधन छुटे। परमात्मा की किरपा नाल माया मोह दे बंधन छुट जाते हैं। तो किरपा ते हउमੈ टुटै, हउमੈ एक वचन इसलिए टुटै, ठीक है। हे परमात्मा, तेरी किरपा नाल अंदरों हउमੈ खत्म हो जाती है। कुछ भी करने ओदी किरपा मंगनी है। सच्चे पातशाह में काम कर लगा, तुसी अंग संग सहाई रहना, तुसी किरपा करनी है, मैनू सफलता बख्शनी है। एक लड़की कई साल की गल आ गई, मैं तो री पिराएगी, उन्हें मेरी गल तो विश्वास ही नहीं आया भी मैं 80% नंबर वाली मेरी री पीर किवें आ सकती है। भी जे तू इन्नी विश्वास, फिर पुछण क्यों, दिल सोचा तो पुछनी क्यों आई।
ਮੈਨੂੰ ਕੀ ਪਤਾ ਲੱਗਿਆ ਵਿਸ਼ਾ। ਮੈਂ ਨਹੀਂ ਤਾਂ ਕਹਿੰਦੀ ਜੀ ਕੋਈ ਪਾਠ ਦੇ ਦਿਓ ਜੀ, ਮੇਰੀ ਰੀਪੇਅਰ ਨਾ ਹੋਵੇ। ਇਹ ਨਹੀਂ ਹੈ ਕਿ ਤੁਸੀਂ ਕਮਜ਼ੋਰ ਤਾਂ ਰੀਪੇਅਰ ਆਏਗੀ, ਨਹੀਂ। ਤੁਸੀਂ ਕਿਸੇ ਪੇਪਰ 'ਚ ਬਿਮਾਰ ਹੋ ਸਕਦੇ ਹੋ, ਕਿਸੇ ਪੇਪਰ 'ਤੇ ਤੁਹਾਨੂੰ ਸੱਟ ਫੇਟ ਵੱਜ ਸਕਦੀ ਹੈ, ਕਿਸੇ ਪੇਪਰ 'ਚ ਘਰ 'ਚ ਕੋਈ ਡੈਥ ਹੋ ਸਕਦੀ ਹੈ, ਤੁਸੀਂ ਨਾ ਪੜ੍ਹ ਸਕੋ। ਜਿਹੜੀ ਪਹਿਲੀ ਰਾਤ ਹੁੰਦੀ ਹੈ ਨਾ ਪੜ੍ਹਾਈ ਦੀ, ਪੇਪਰ ਦੀ, ਉਹ ਬੜੀ ਇੰਪੋਰਟੈਂਟ ਹੁੰਦੀ ਹੈ। ਜਿੰਨਾ ਸਿਲੇਬਸ ਹੈ, ਜਿੰਨੇ ਤੁਸੀਂ ਕੁਐਸਚਨ 20-25 ਤਿਆਰ ਕਰਨੇ ਨੇ, ਉਹਦੇ ਪੁਆਇੰਟ ਸਾਰੇ ਸ਼ਾਮ ਨੂੰ ਦੁਹਰਾਏ ਜਾਂਦੇ ਨੇ, ਸਵੇਰੇ ਉੱਠ ਕੇ ਵੀ ਫਰੈਸ਼ ਕੀਤੇ ਜਾਂਦੇ ਨੇ। ਉਦੋਂ ਸਾਰਾ ਨਹੀਂ ਪੜ੍ਹਿਆ ਜਾਂਦਾ ਹੁੰਦਾ, ਉਦੋਂ ਹਿੰਟ ਪੜ੍ਹੇ ਜਾਂਦੇ ਨੇ। ਉਹ ਤਾਂ ਬਹੁਤ ਜ਼ਰੂਰੀ ਹੁੰਦੀ ਹੈ ਰਾਤ, ਉਹ ਠੀਕ ਠਾਕ ਰਹਿਣੀ। ਉਹਨੇ ਕੋਈ ਹੱਲ ਨਹੀਂ ਪੁੱਛਿਆ, ਚਲੀ ਗਈ। ਮੈਂ ਸਮਝ ਗਿਆ ਵੀ ਇਹਨੂੰ ਨਾ ਆਪਣੇ ਆਪ 'ਤੇ ਜ਼ਿਆਦਾ ਮਾਣ ਹੈ। ਜਿੱਦੇ ਇਕਨੋਮਿਕਸ ਦਾ ਪੇਪਰ, ਕਮਰਸ ਸੀ ਕਿ ਇਕਨੋਮਿਕਸ ਦਾ ਪੇਪਰ ਸੀ, ਮੈਨੂੰ ਮਿਲ ਕੇ ਗਈ ਹੈ ਸਵੇਰੇ, ਘਰ ਨੂੰ ਜਾ ਰਹੀ ਹੈ, ਆਪਣੀ ਸਕੂਟਰੀ ਤੋਂ ਆਪ ਹੀ ਡਿੱਗ ਪਈ ਹੈ, ਸਿਰ 'ਤੇ ਵੱਜੀ ਸੱਟ, ਸੜਕ 'ਤੇ ਡਿੱਗ ਪਈ ਹੈ। ਕਿਸੇ ਨੇ ਦੱਸਿਆ ਜਾ ਕੇ ਉਹਨਾਂ ਨੂੰ ਕਿ ਤੁਹਾਡੀ ਲੜਕੀ ਉੱਥੇ ਡਿੱਗੀ ਪਈ ਹੈ। ਉਹ ਕਾਰ ਲੈ ਕੇ ਆਏ, ਹਸਪਤਾਲ ਲੈ ਗਏ। ਜਦੋਂ ਨੂੰ ਹੋਸ਼ ਆਈ, ਉਹਦੇ 'ਚ ਪੇਪਰ ਲੰਘ ਗਿਆ, ਆ ਗਈ ਰੀਪੇਅਰ। ਸੋ ਮਾਣ ਨਹੀਂ ਕਰਨਾ ਵੀ ਹਾਂ ਮੈਂ ਬਹੁਤ ਹੁਸ਼ਿਆਰ ਹਾਂ, ਮੈਂ ਤਾਂ ਪਾਸ ਹੋ ਹੀ ਜਾਵਾਂਗਾ। ਕਾਰਨ ਕੋਈ ਵੀ ਬਣ ਸਕਦਾ, ਉਹਦੀ ਕਿਰਪਾ ਮੰਗਣੀ ਹੈ। ਸੱਚੇ ਪਾਤਸ਼ਾਹ ਤੁਸੀਂ ਅੰਗ ਸੰਗ ਸਹਾਈ ਰਹਿਣਾ, ਸਫ਼ਰ ਕਰਨੇ ਤਾਂ ਵੀ ਬੇਨਤੀ ਕਰਨੀ, ਸੱਚੇ ਪਾਤਸ਼ਾਹ ਮੈਂ ਸਫ਼ਰ ਚੱਲਿਆ, ਤੁਸੀਂ ਅੰਗ ਸੰਗ ਸਹਾਈ ਰਹਿਣਾ। ਇਹ ਗੀਤ ਨਹੀਂ ਲਾਣੇ ਕਾਰ 'ਚ, ਜਦੋਂ ਸਫ਼ਰ ਕਾਰ ਦਾ ਕਰਦੇ, ਗੀਤ ਨਹੀਂ ਲਾਣੇ, ਕੋਈ ਗੰਦੇ ਗੀਤ ਨਹੀਂ ਲਾਣੇ, ਕੋਈ ਫਿਲਮੀ ਗੀਤ ਨਹੀਂ ਲਾਣੇ। ਬਾਣੀ ਲਾਓ, ਕੀਰਤਨ ਲਾਓ। ਜਿਸ ਗੁਰੂ ਦੀ ਬਾਣੀ ਦਾ ਕੀਰਤਨ ਹੋ ਰਿਹਾ, ਉਹ ਗੁਰੂ ਮਹਾਰਾਜ ਤੁਹਾਡੀ ਕਾਰ 'ਚ ਨੇ, ਯਾਦ ਰੱਖੋ, ਵਿਸ਼ਵਾਸ ਲਿਓ, ਵਿਸ਼ਵਾਸ ਲਿਓ। ਅਤੇ ਜੇ ਗੁਰੂ ਤੁਹਾਡੀ ਕਾਰ 'ਚ ਬੈਠਾ, ਐਕਸੀਡੈਂਟ ਕਿਵੇਂ ਹੋ ਜਾਏਗਾ? ਤੁਸੀਂ ਆਪ ਹੀ ਸੋਚੋ, ਐਕਸੀਡੈਂਟ ਕਿਵੇਂ ਹੋ ਜਾਏਗਾ? ਉਹ ਬੈਠੇ ਨੇ। ਅਤੇ ਜੇ ਅਸੀਂ ਡਮ ਲਾਇਆ, ਗੰਦੇ ਗੀਤ ਲਾਏ ਹੋਏ ਨੇ। ਇੱਕ ਬੰਦੇ ਨੇ ਕਿਤੇ ਘਰੋਂ ਸੁਣ ਲਿਆ ਹੁਣ ਵੀ ਆਉਂਦੇ ਹੋਏ ਨਵੀਂ ਕਾਰ ਖਰੀਦੀ, ਬਾਬਾ ਜੀ ਦੇ ਚਰਨ ਪਵਾ ਲਿਓ। ਆ ਗਿਆ ਮੇਰੇ ਕੋਲ, ਬਾਬਾ ਜੀ ਮੇਰੀ ਮੈਂ ਕਾਰ ਨਵੀਂ, ਚਰਨ ਪਾ ਦਿਓ। ਮੈਂ ਚੱਲ ਪਿਆ, ਆਪਾਂ ਗੇੜਾ ਲਾ ਲੈਣਾ, ਪਾਰਕ ਜਾਣਾ। ਬੈਠ ਗਿਆ, ਹੁਣ ਤਾਂ ਫਿਲਮੀ ਗੀਤ ਲਾਤੇ। ਮੈਨੂੰ ਇੰਨੇ ਹੀ ਗਿਆਨ ਨਹੀਂ, ਤੂੰ ਭਾਵੇਂ ਮੈਂ ਮਹਾਂਪੁਰਖ ਨਹੀਂ, ਪਰ ਬਿਠਾਇਆ ਤਾਂ ਮੈਨੂੰ ਇਸ ਲਈ ਸੀ ਨਾ। ਮੈਂ ਆਪਣੇ ਆਪ ਨੂੰ ਮਹਾਂਪੁਰਖ ਨਹੀਂ ਮੰਨਦਾ, ਟੂ ਬੀ ਵੈਰੀ ਫਰੈਂਕ। ਮਹਾਂਪੁਰਖ ਹੋਣ ਲਈ ਬਹੁਤ ਕੁਛ ਚਾਹੀਦਾ ਹੁੰਦਾ ਹੈ, ਠੀਕ ਹੈ। ਕੋਈ ਧੱਕੇ ਨਾਲ ਹੀ ਸੰਗਤ ਕਹੀ ਜੇ ਤਾਂ ਗੱਲ ਵੱਖਰੀ ਹੈ ਜੀ। ਇੱਕ ਵਾਰੀ ਇੱਕ ਨੇ ਸਟੇਜ 'ਤੇ ਕਹਿਤਾ, ਹੁਣ ਸੰਤ ਜੈਮਲ ਸਿੰਘ ਜੀ ਭਿੰਡਰ ਕਥਾ ਕਰਨਗੇ। ਮੈਂ ਕਿਹਾ ਹੁਣ ਭਰੀ ਸਭਾ ਹੈ, ਇਸ ਵੇਲੇ ਕਹਿਣਾ ਠੀਕ ਨਹੀਂ ਹੈ ਕੁਛ ਵੀ। ਕਥਾ ਕਰਦਿਆਂ ਮੈਂ ਬੇਨਤੀ ਕਰਤੀ ਇਨਡਾਇਰੈਕਟਲੀ ਕਿ ਵੀ ਸਾਧ ਸੰਗਤ ਜੀ, ਬੇਨਤੀ ਹੈ, ਮੈਂ ਕੋਈ ਸੰਤ ਮਹਾਤਮਾ ਨਹੀਂ, ਟੂ ਬੀ ਵੈਰੀ ਫਰੈਂਕ। ਮੈਂ ਤੁਹਾਡੇ ਵਰਗਾ ਹੀ ਹਾਂ, ਇਹਨੇ ਮੇਰੀ ਡਿਊਟੀ ਲਾਤੀ ਪਰਮਾਤਮਾ ਨੇ, ਤੂੰ ਪਾਠ ਸਿਖਾ, ਕਥਾ ਵਾਰਤਾ ਕਰ। ਸੰਤ ਦੇ ਬਹੁਤ ਉੱਚੀ ਪਦਵੀ ਹੁੰਦੀ ਹੈ ਗੁਰਬਾਣੀ। ਸੰਤ ਅਨੰਤ ਹੈ, ਅੰਤਰ ਨਹੀਂ। ਸੰਤ ਤੇ ਪਰਮਾਤਮਾ ਦੇ ਕੋਈ ਫਰਕ ਹੀ ਨਹੀਂ ਹੁੰਦਾ। ਅਤੇ ਮੈਂ ਤਾਂ ਤੁਹਾਡੇ ਵਰਗਾ ਹਾਂ, ਇਸ ਲਈ ਅੱਗੇ ਤੋਂ ਮੈਨੂੰ ਅਜਿਹਾ ਨਹੀਂ ਕਰਨਾ। ਠੀਕ ਹੈ, ਬਾਬਾ ਤਾਂ ਹਰ ਅਸੀਂ ਗੁਰਦੁਆਰੇ ਦੇ ਭਾਈ ਨੂੰ ਕਹਿੰਦੇ ਬਾਬਾ ਜੀ ਕਹਿੰਦੇ, ਉਹ ਇੱਕ ਸਤਿਕਾਰ ਦਾ ਸ਼ਬਦ ਹੈ, ਉਹ ਗੱਲ ਵੱਖਰੀ ਹੈ। ਸੰਤ ਹੋਣਾ, ਸਾਧ ਹੋਣਾ, ਇਹ ਬਹੁਤ ਉੱਚੀ ਗੱਲਾਂ ਨੇ। ਇਸ ਲਈ ਹੁਣ ਦੇ ਜਿਹੜੇ ਸੰਤ ਨੇ, ਉਹਨਾਂ ਥੋੜ੍ਹੇ ਗਿਆਨ ਹੋ ਗਏ, ਉਹ ਆਪਣੇ ਨਾਮ ਦੇ ਨਾਲ ਸੰਤ ਲਿਖਣੋਂ ਹਟ ਗਏ। ਹੁਣ ਤਕਰੀਬਨ ਕੋਈ ਨਹੀਂ ਲਿਖਦਾ। ਭਾਈ ਸਾਹਿਬ ਲਿਖਦੇ ਆ ਜਾਂ ਬਾਬਾ ਫਲਾਣਾ ਸਿੰਘ ਲਿਖਦੇ ਨੇ, ਸੰਤ ਹੁਣ ਨਹੀਂ ਲਿਖਦੇ। ਜਿਹੜਾ ਤੇ ਸੰਤ ਹੈ, ਉਹਦੇ ਤਾਂ ਨਿਮਰਤਾ ਪੈਦਾ, ਉਹ ਤਾਂ ਉਂਝ ਹੀ ਨਹੀਂ ਲਿਖਦਾ।
ਤੇ ਦੂਜੇ ਨੂੰ ਗਿਆਨ ਹੋ ਗਿਆ, ਭਲਿਆ ਮਾਨਸਾ ਤੂੰ ਸੰਤ ਹੀ ਨਹੀਂ ਤੇ ਤੂੰ ਕਿਉਂ ਸੰਤ ਅਖਬਾਰ ਹੈ ਜੇ ਲਿਖ ਰਿਹਾ। ਉਹ ਵੀ ਹਟ ਗਏ ਇਸ ਲਈ। ਜਿਹੜਾ ਸੰਤ ਹੈ ਨਾ, ਉਹਨੂੰ ਤੇ ਲਿਖਵਾਉਣ ਦੀ ਲੋੜ ਹੀ ਨਹੀਂ, ਉਹ ਤੇ ਵੈਸੇ ਹੀ ਪ੍ਰਗਟ ਹੋ ਜਾਣਾ, ਉਹਨੇ ਕਿਹੜਾ ਛਿਪੇ ਰਹਿਣਾ। ਕਲੇਰ ਵਾਲੇ ਮਹਾਂਪੁਰਖ ਬਾਬਾ ਨੰਦ ਸਿੰਘ ਜੀ ਟੋਇਆ ਪੁੱਟ ਕੇ ਬੈਠ ਕੇ ਭਜਨ ਬੰਦਗੀ ਕਰਦੇ ਸਨ, ਤੇ ਗੁਰਬਾਣੀ ਕਹਿੰਦੀ ਹੈ ਤੁਸੀਂ ਚਾਹੇ ਟੋਇਆ ਪੁੱਟ ਕੇ ਬਹਿ ਜਾਓ, ਚਾਹੇ ਦਰਵਾਜ਼ੇ ਬੰਦ ਕਰਕੇ ਬਹਿ ਜਾਓ, ਤੁਸੀਂ ਇੱਕ ਦਿਨ ਪ੍ਰਗਟ ਹੋਣਾ ਹੀ ਹੋਣਾ ਹੈ। ਇਹ ਨਾਮ ਨਾ, ਇਹ ਪ੍ਰਗਟ ਹੋ ਜਾਂਦਾ ਹੈ, ਇਹ ਛੁਪਿਆ ਨਹੀਂ ਰਹਿੰਦਾ। ਮੱਥੇ ਹੀ ਪ੍ਰਗਟ ਥੀਆ, ਇਹ ਨਹੀਂ ਛੁਪਿਆ ਰਹਿੰਦਾ। ਸੋ ਮੈਂ ਸੁਣਾ ਰਿਹਾ ਸੀ, ਤੋ ਕਿਰਪਾ ਤੇ ਹਉਮੈ ਟੁਟੈ। ਹੇ ਪ੍ਰਤਾਪ ਨੇ ਹਿੰਦੀ ਦਾ ਸ਼ਬਦ ਤੇਰੀ ਤਬ, ਹਿੰਦੀ ਸ਼ਬਦ ਤਬ, ਉਸ ਤੋਂ ਪੰਜਾਬੀ ਬਣਾਇਆ ਤਉ, ਉਸ ਤੋਂ ਬਣੇ ਤਉ। ਹਿੰਦੀ ਸ਼ਬਦ ਹੈ ਜਿਵ, ਉਸ ਤੋਂ ਪੰਜਾਬੀ ਬਣ ਗਿਆ ਜਿਉਂ, ਤਿਵ ਤਿਉਂ, ਉਸ ਤੋਂ ਪੰਜਾਬੀ ਬਣ ਤਵ ਕਿਰਪਾ, ਤਪ ਪ੍ਰਸਾਦ। ਦਸਮ ਪਾਤਸ਼ਾਹ ਵਰਦੇ, ਦਸਮ ਪਾਤਸ਼ਾਹ ਤਪ ਪ੍ਰਸਾਦ ਵਰਤੇ, ਉਸ ਤੋਂ ਤਉ ਪ੍ਰਸਾਦ ਬਣ ਸਕਦਾ, ਤੇਰੀ ਕਿਰਪਾ। ਤਉ ਕਿਰਪਾ, ਕਿਰਪਾ ਤੇ ਹਉਮੈ ਟੁਟੈ, ਤੇਰੀ ਕਿਰਪਾ ਨਾਲ ਅੰਦਰੋਂ ਹਉਮੈ ਖਤਮ ਹੁੰਦੀ ਹੈ। ਤੁਮ ਲਾਵੋ ਤੋ ਲਾਗੈ ਸੇਵ। ਹੁਣ ਲਾਗੈ ਤੇ ਹਾਹੇ ਨੂੰ ਸਿਹਾਰੀ ਨਹੀਂ ਹੈ। ਲਾਗੈ ਜੇ ਪੜ੍ਹਾਂ, ਜੇ ਹਾਹੇ ਨੂੰ ਸਿਹਾਰੀ ਹੁੰਦੀ ਪੜ੍ਹਦੇ ਤਾਂ ਲਾਗੈ, ਤੇ ਅਰਥ ਹੋਣਾ ਲੱਗਦੇ ਹਨ। ਹੁਣ ਹਾਹੇ ਨੂੰ ਸਿਹਾਰੀ ਨਹੀਂ ਹੈ, ਇਹਦੇ 'ਚ ਮੈਂ ਸ਼ਾਮਲ ਹੈ। ਲਾਗੈ ਲੱਗਦੇ ਹਾਂ, ਹੁਣ ਇਹਦਾ ਅਰਥ ਹੋ ਗਿਆ ਲੱਗਦੇ ਹਾਂ। ਤੇ ਜੇ ਹਾਹੇ ਨੂੰ ਸਿਹਾਰੀ ਹੁੰਦੀ ਉਚਾਰਨ ਲੱਗ ਗਈ ਸੀ, ਫਿਰ ਅਰਥ ਹੋਣਾ ਲੱਗਦੇ ਹਨ, ਫਿਰ ਅਰਥ ਹੋਣਾ ਸੀ ਲੱਗਦੇ ਹਨ। ਵੀ ਤੇਰੀ ਕਿਰਪਾ ਲੋਕ ਸੇਵਾ 'ਤੇ ਲੱਗਦੇ ਹਨ। ਨਹੀਂ, ਹੁਣ ਹਾਹੇ ਨੂੰ ਸਿਹਾਰੀ ਨਹੀਂ, ਹੁਣ ਹੋ ਗਿਆ ਤੋ ਲਾਵੋ ਤੋ ਲਾਗੈ ਸੇਵ। ਹੇ ਪਰਮਾਤਮਾ, ਜੇ ਤੁਸੀਂ ਸਾਨੂੰ ਆਪਣੀ ਸੇਵਾ 'ਤੇ ਲਾਵੋ ਤਾਂ ਹੀ ਅਸੀਂ ਤੁਹਾਡੀ ਸੇਵਾ 'ਤੇ ਲੱਗ ਸਕਦੇ ਹਾਂ। ਇਹ ਖਿਆਲ ਰੱਖਣਾ, ਜਦੋਂ ਮੈਂ ਜਾਂ ਅਸੀਂ ਵਿੱਚ ਸ਼ਾਮਿਲ ਹੋਈਏ ਤਾਂ ਹਾਹੇ ਨੂੰ ਸਿਹਾਰੀ ਖਤਮ ਹੋ ਜਾਂਦੀ ਹੈ। ਜੇ ਕਿਸੇ ਲਈ ਹੈ ਫਿਰ ਹਾਹੇ ਨੂੰ ਸਿਹਾਰੀ ਲੱਗਦੀ ਹੈ। ਲਾਗੈ ਦਾ ਮਤਲਬ ਲੱਗਦੇ ਹਨ, ਲਾਗੈ ਬਿਨਾਂ ਸਿਹਾਰੀ ਤੋਂ ਲੱਗਦੇ ਹਾਂ, ਅਸੀਂ ਲੱਗਦੇ ਹਾਂ। ਹਮ ਤੇ ਕਛੂ ਨਾ ਹੋਵੇ ਦੇਵ, ਦੇਵ ਮੈਨੇ ਪਰਮਾਤਮਾ। ਦੇਵ ਹੁੰਦਾ ਚਾਨਣ ਹੀ ਚਾਨਣ, ਪਰਮਾਤਮਾ ਪ੍ਰਕਾਸ਼ ਹੀ ਪ੍ਰਕਾਸ਼ ਹੈ। ਸੰਸਕ੍ਰਿਤ ਦੇਵ ਨੂੰ ਕਹਿੰਦੇ ਨੇ ਦਈ, ਦਈ, ਦਈ ਦੇ ਸ਼ਬਦ ਹੀ ਹੈ ਤੇ ਪ੍ਰਕਾਸ਼ ਹੀ ਪ੍ਰਕਾਸ਼ ਪਰਮਾਤਮਾ। ਹਮ ਤੇ ਕਛੂ ਨਾ ਹੋਵੇ ਦੇਵ, ਹੈ ਪਰਮਾਤਮਾ ਅਸੀਂ ਤੇ ਕੁਝ ਕਰਨ ਜੋਗੇ ਹੀ ਨਹੀਂ, ਅਸੀਂ ਤੇ ਕੁਝ ਕਰਨ ਜੋਗੇ ਹੀ ਨਹੀਂ ਰਹਾਓ। ਇਹ ਤਾਂ ਤੂੰ ਹੀ ਹੈ ਜੋ ਸਾਨੂੰ ਸੇਵਾ 'ਤੇ ਲਾ ਸਕਦਾ ਹੈ। ਤੁਧ ਭਾਵੈ ਤਾਂ ਗਾਵਾਂ ਬਾਣੀ, ਤੁਧ ਭਾਵੈ ਤਾਂ ਸੱਚ ਵਿਖਾਣੀ। ਜੇ ਤੈਨੂੰ ਚੰਗਾ ਲੱਗੇ ਤਾਂ ਹੀ ਮੈਂ ਤੇਰੀ ਬਾਣੀ ਗਾ ਸਕਦਾ, ਜੋ ਚੰਗਾ ਹੀ ਨਹੀਂ ਲੱਗਦਾ ਕਦੇ ਫਿਰ ਮੈਂ ਕਿਵੇਂ ਗਾਵਾਂਗਾ। ਤੁਧ ਭਾਵੈ ਤਾਂ ਸੱਚ ਵਿਖਾਣੀ, ਜੇ ਤੈਨੂੰ ਚੰਗਾ ਲੱਗੇ ਤਾਂ ਹੀ ਮੈਂ ਸੱਚ ਵਰਣਨ ਕਰ ਸਕਦਾ ਹਾਂ, ਤਾਂ ਹੀ ਹੇ ਪਰਮਾਤਮਾ ਮੈਂ ਤੈਨੂੰ ਵਰਣਨ ਕਰ ਸਕਦਾ। ਸੱਚ ਪਰਮਾਤਮਾ ਨੂੰ ਵੀ ਕਹਿੰਦੇ ਵਿਖਾਣੀ ਮੈਨੇ ਵਰਣਨ ਕਰਨਾ। ਤੁਧ ਭਾਵੈ ਤਾਂ ਸਤਿਗੁਰ ਮਾਇਆ, ਮਾਇਆ ਦੀ ਕਿਰਪਾ, ਇੱਕ ਸ਼ਬਦ ਮਾਇਆ ਉਹ ਤਾਂ ਧਨ ਦੌਲਤ ਹੋ ਗਿਆ। ਮਾਇਆ ਮੰਮਾ ਯਈਏ ਨੂੰ ਕਰਨਾ, ਹਿੰਦੀ 'ਚ, ਹਿੰਦੀ 'ਚ ਮੰਮਾ ਯਈਏ ਨੂੰ ਕਰਨਾ ਮਾਇਆ, ਕਿਉਂਕਿ ਯਈਏ ਦੇ ਵਿੱਚ ਸਿਹਾਰੀ ਦੀ ਆਵਾਜ਼ ਹੁੰਦੀ ਹੈ। ਹੁਣ ਮੰਮਾ, ਹੁਣ ਈੜੀ ਨੂੰ ਸਿਹਾਰੀ ਅੱਗੇ ਆੜਾ ਹੋ ਗਿਆ ਤੇ ਕੰਨਾ ਅੱਗੇ ਹੈ ਮਾਇਆ ਕਿਰਪਾ।
ਤੁਧ ਭਾਵੇ ਤਾਂ ਸਤਿਗੁਰ ਮਿਆ। ਜੇ ਤੈਨੂੰ ਚੰਗੇ ਤਾਂ ਹੀ ਗੁਰੂ ਦੀ ਕਿਰਪਾ ਹੁੰਦੀ ਹੈ। ਜੇ ਤੈਨੂੰ ਚੰਗਾ ਲੱਗੇ, ਇਹ ਸਿੱਖ ਤੇ ਗੁਰੂ ਦੀ ਕਿਰਪਾ ਵੀ ਤਾਂ ਹੀ ਹੁੰਦੀ ਹੈ। ਗੁਰੂ ਮਹਾਰਾਜ ਆਪਣੀ ਮਰਜ਼ੀ ਨਾਲ ਕੁਛ ਨਹੀਂ ਕਰਦੇ। ਮੈਂ ਕਈ ਵਾਰੀ ਦੱਸਿਆ, ਜਦੋਂ ਬ੍ਰਹਮ ਗਿਆਨ ਹੁੰਦਾ ਅੰਦਰੋਂ ਮੈਂ ਖਤਮ ਹੋ ਜਾਂਦੀ ਹੈ, ਆਪਣੀ ਮਰਜ਼ੀ ਹੀ ਖਤਮ ਹੋ ਜਾਂਦੀ ਹੈ। ਨਾ ਮੈਂ ਰਹੀ ਨਾ ਮਰਜ਼ੀ ਰਹੀ, ਮੈਂ ਤੋਂ ਹੀ ਮਰਜ਼ੀ ਬਣਨੀ ਹੈ। ਨਾ ਹੋ ਰਹੀ ਨਾ ਮੈਂ ਰਹੀ। ਫਿਰ ਬਸ ਜੋ ਪਰਮਾਤਮਾ ਕਹਿੰਦਾ ਬ੍ਰਹਮ ਗਿਆਨੀ ਉਸੇ ਤਰ੍ਹਾਂ ਕਰਦਾ। ਉਹ ਆਪਣੀ ਉਹਦੀ ਮਰਜ਼ੀ ਹੁੰਦੀ ਹੀ ਨਹੀਂ। ਜਿਨ੍ਹਾਂ ਨੀਂਹ ਰੱਖੀ ਸੀ ਹਰਿਮੰਦਰ ਸਾਹਿਬ ਦੀ, ਸਾਈਂ ਮੀਆਂ ਮੀਰ। ਸਾਈਂ ਮੀਆਂ ਮੀਰ ਦੀ ਜੇ ਮਰਜ਼ੀ ਨਹੀਂ ਸੀ ਮਰੀ, ਪੰਚਮ ਪਾਤਸ਼ਾਹ ਦੀ ਮਰਜ਼ੀ ਮਰ ਚੁੱਕੀ ਸੀ। ਸਾਈਂ ਮੀਆਂ ਮੀਰ ਦੀ ਮਰਜ਼ੀ ਸੀ, ਹੇ ਸੱਚੇ ਪਾਤਸ਼ਾਹ ਤੁਸੀਂ ਇੰਨਾ ਦੁੱਖ ਸਹਿ ਰਹੇ ਹੋ, ਤੁਸੀਂ ਮੈਨੂੰ ਹੁਕਮ ਕਰੋ, ਮੈਂ ਲਾਹੌਰ ਜ਼ਿਲ੍ਹੇ ਦੀ ਇੱਟ ਰੈਟ ਖੜਕਾ ਦਿਆਂ। ਕਹਿੰਦੇ ਮੀਆਂ ਮੀਰ ਜੀ, ਸਾਨੂੰ ਪਰਮਾਤਮਾ ਦਾ ਹੁਕਮ ਹੈ, ਇਹ ਤਤੀ ਤਵੀ ਤੇ ਬਹਿਣਾ, ਬਸ ਬਹਿਣਾ। ਉਹਨਾਂ ਨੇ ਆਪਣੀ ਮਰਜ਼ੀ ਨਹੀਂ ਵਰਤੀ। ਆਪਣੀ ਮਰਜ਼ੀ ਵਰਤਣੀ ਦਸਮ ਪਾਤਸ਼ਾਹ ਨੇ ਸਿਰਫ ਇੱਕ ਵਾਰੀ ਸਿੱਖਾਂ ਨੂੰ ਵਿਖਾਇਆ ਸੀ ਵੀ ਕਿਤੇ ਸਿੱਖਾਂ ਦੇ ਮਨ 'ਚ ਇਹ ਨਾ ਰਹਿ ਜੇ ਸਾਡੇ ਗੁਰੂ ਕੋਲੇ ਸ਼ਕਤੀ ਨਹੀਂ। ਇੱਕ ਤੀਰ ਚਲਾਇਆ, ਕਈ ਹਜ਼ਾਰ ਮਾਰਤੇ ਦੁਸ਼ਮਣ। ਕਹਿੰਦੇ ਅਸੀਂ ਇਸ ਤਰ੍ਹਾਂ ਨਹੀਂ ਕਰਨਾ। ਫਿਰ ਤੁਸੀਂ ਕਿਵੇਂ ਅੱਗੇ ਤੋਂ ਦੁਸ਼ਮਣ ਦਾ ਮੁਕਾਬਲਾ ਕਰੋਗੇ? ਤੁਸੀਂ ਕਹੋ ਗੁਰੂ ਮਹਾਰਾਜ ਤੇ ਰਿੱਧੀ ਅਸਿੱਧੀ ਦੇ ਮਾਲਕ ਸਨ ਜੀ, ਉਹ ਤਾਂ ਆਹ ਕੁਛ ਕਰਦੇ ਵਕਤ ਨਹੀਂ, ਮੈਂ ਤੁਹਾਡੇ ਵਾਂਗੂ ਰਹਿ ਕੇ ਹੀ ਲੜਨਾ ਹੈ। ਮੈਂ ਕੋਈ ਰਿੱਧੀਆਂ ਸਿੱਧੀਆਂ ਇੱਥੇ ਨਹੀਂ ਵਿਖਾਉਣੀਆਂ। ਪੰਚਮ ਪਾਤਸ਼ਾਹ ਜੇ ਆਪਣੀ ਮਰਜ਼ੀ ਹੁੰਦੀ ਕਦੇ ਤਬੀਅਤ ਠੰਡੀ ਹੋ ਜਾ, ਗੱਲ ਹੀ ਨਿਬੜ ਗਈ ਸੀ। ਗੁਰੂ ਨਾਨਕ ਦੇਵ ਜੀ ਨੇ ਉੱਥੇ ਕੋਈ ਸ਼ਕਤੀ ਨਹੀਂ ਵਰਤੀ। ਉਹਨਾਂ ਦੀ ਜ਼ੁਬਾਨ 'ਚ ਹੀ ਇੰਨੀ ਤਾਕਤ ਸੀ, ਜਦੋਂ ਉਹ ਕੜਾਹੇ 'ਚ ਸੁੱਟਣ ਲੱਗਾ ਮਰਦਾਨਾ ਜੀ ਨੂੰ, ਕੌਡਾ ਰਾਖਸ਼, ਮਗਰ ਗੁਰੂ ਨਾਨਕ ਦੇਵ ਜੀ ਆ ਗਏ। ਉਹਨਾਂ ਕਿਹਾ ਧੰਨ ਕਰਤਾਰ। ਜਦੋਂ ਧੰਨ ਕਰਤਾਰ ਕੇ ਅੱਗ ਬੁਝ ਗਈ, ਕੜਾਹਾ ਠੰਡਾ ਹੋ ਗਿਆ। ਉਹ ਹੱਕਾ ਬੱਕਰ ਮੁੜ ਕੇ ਵੇਖਦਾ। ਉਹਨੇ ਇਹ ਨਹੀਂ ਕਿਹਾ ਇਹ ਅੱਗ ਠੰਡੀ ਹੋ ਜਾ, ਸਿਰਫ ਇਹਨੇ ਕਿਹਾ ਧੰਨ ਕਰਤਾਰ। ਤੇ ਉਹਦੇ ਮਗਰ ਜੋ ਭਾਵਨਾ ਸੀ ਪੂਰੀ ਹੋ ਗਈ। ਭਾਵਨਾ ਤਾਂ ਸੀ ਨਾ, ਉਹ ਆਪਣੇ ਆਪ ਹੀ ਪੂਰੀ ਹੋ ਗਈ। ਜਿਹੜੇ ਬ੍ਰਹਮ ਗਿਆਨੀ ਹੁੰਦੇ ਨੇ ਉਹ ਆਪਣੀ ਮਰਜ਼ੀ ਨਹੀਂ ਕਰਿਆ ਕਰਦੇ। ਜਦੋਂ ਸੱਚਖੰਡ ਤੋਂ ਵਾਪਸ ਆਏ, ਕਹਿੰਦੇ ਮਰਦਾਨਾ ਜੀ ਘਰ ਦੱਸਿਓ, ਆਪਾਂ ਨੇ ਬੜੇ ਲੰਮੇ ਸਫ਼ਰਾਂ 'ਤੇ ਜਾਣਾ ਹੈ, ਸਾਰੀਆਂ ਜ਼ਿੰਮੇਵਾਰੀ ਆਪਣੇ ਬੱਚਿਆਂ ਨੂੰ ਸਮਝਾਓ। ਆਪਾਂ ਤੇ ਕਈ ਸਾਲ ਨਹੀਂ ਮੁੜਨਾ। ਪਰਮਾਤਮਾ ਦਾ ਹੁਕਮ ਹੈ ਕਿ ਤੂੰ ਮੇਰਾ ਨਾਮ ਨਹੀਂ ਜਪਾਉਣਾ ਸ਼ੁਰੂ ਕੀਤਾ, ਜਾ ਜਾ ਕੇ ਮੇਰਾ ਨਾਮ ਜਪਾ। ਹੁਣ ਆਪਾਂ ਸਾਰੀ ਵਾਰ ਨਾਮ ਜਪਾਉਣਾ ਹੈ, ਪਰਮਾਤਮਾ ਦਾ ਹੁਕਮ ਮੰਨਣਾ ਹੈ। ਆਪਣੀ ਮਰਜ਼ੀ ਨਹੀਂ ਕੀਤੀ ਉਹਨੇ। ਸੋ ਤਾਂ ਗੁਰੂ ਮਹਾਰਾਜ ਕਹਿੰਦੇ ਤੁਧ ਭਾਵੈ ਤਾਂ ਸਤਿਗੁਰ ਮਿਆ। ਤੇਰੀ ਕਿਰਪਾ ਹੋਵੇ ਤਾਂ ਗੁਰੂ ਦੀ ਕਿਰਪਾ ਹੋ ਜਾਂਦੀ ਹੈ। ਸਰਬ ਸੁਖਾ ਪ੍ਰਭ ਤੇਰੀ ਦਇਆ। ਤੇਰੀ ਦਇਆ 'ਚ ਸਾਰੇ ਸੁੱਖ ਨੇ। ਸੁਖਾ ਬਣੇ ਸੁੱਖ, ਸਰਬ ਸੁਖਾ ਸਾਰੇ ਸੁੱਖ, ਪ੍ਰਭ ਤੇਰੀ ਦਇਆ। ਇਹ ਪਰਮਾ ਦਇਆ ਹਿੰਦੀ 'ਚ ਵੀ ਬੋਲਦੇ ਨੇ, ਦੱਦਾ ਯੇ ਨੂੰ ਕਰਨਾ ਦਇਆ ਹਿੰਦੀ 'ਚ ਇਸ ਤਰ੍ਹਾਂ ਲਿਖਿਆ ਹੁੰਦਾ, ਪੰਜਾਬੀ 'ਚ ਈੜੀ ਨੂੰ ਸਿਆਰੀ ਨਾਲ ਲਿਖਿਆ ਤਾਂ ਦਇਆ ਕਿਰਪਾ। ਦਇਆ ਤੇ ਬੜਿਆ ਦਿਆਲੂ, ਜਿਹਨੂੰ ਦੂਜੇ ਤੇ ਤਰਸ ਆਵੇ ਦਇਆ। ਸਰਬ ਸੁੱਖਾ ਪ੍ਰਭ ਤੇਰੀ ਦਇਆ। ਹੇ ਪਰਮਾਤਮਾ ਤੇਰੀ ਦਇਆ ਦੇ ਵਿੱਚ ਹੀ ਸਾਰੇ ਸੁੱਖ ਹਨ। ਜੇ ਤੂੰ ਕਿਸੇ ਤੋਂ ਦਿਆਲੂ ਹੋ ਜਾਣਾ ਬਸ ਸਾਰੇ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ। ਜੋ ਤੁਧ ਭਾਵੈ ਸੋ ਨਿਰਮਲ ਕਰਮ।
ਸ਼ੁਭ ਕਰਮ ਕਿਹੜਾ ਹੈ? ਜਿਹੜਾ ਤੈਨੂੰ ਚੰਗਾ ਲੱਗੇ, ਜਿਹੜਾ ਤੈਨੂੰ ਚੰਗਾ ਲੱਗੇ ਸ਼ੁਭ ਕਰਮ ਉਹੀ ਹੈ। ਤੁਹਾਨੂੰ ਕਿਵੇਂ ਪਤਾ ਲੱਗੇ ਵੀ ਜਿਹੜਾ ਮੈਂ ਕਰਮ ਕਰ ਰਿਹਾ ਰੱਬ ਨੂੰ ਚੰਗਾ ਲੱਗਦਾ ਕਿ ਨਹੀਂ ਲੱਗਦਾ? ਹੁਣ ਪ੍ਰਸ਼ਨ ਮਨ ਚ ਉੱਠ ਸਕਦਾ। ਇਸੇ ਕਹਿਣਾ ਜੋ ਤੁਧ ਭਾਵੈ ਸੋ ਨਿਰਮਲ ਕਰਮ। ਹੇ ਪ੍ਰਭੂ, ਜਿਹੜਾ ਤੈਨੂੰ ਚੰਗਾ ਲੱਗਦਾ ਉਹ ਨਿਰਮਲ ਕਰਮ ਹੈ। ਆਪਾਂ ਨੂੰ ਕਿਵੇਂ ਪਤਾ ਲੱਗੇ ਵੀ ਉਹਨੂੰ ਰੱਬ ਨੂੰ ਕਿਹੜਾ ਚੰਗਾ ਲੱਗਦਾ ਹੈ? ਉਹ ਕਰਮ ਜਿਹੜਾ ਗੁਰਬਾਣੀ ਅਨੁਸਾਰ ਉਹ ਪਰਮਾਤਮਾ ਨੂੰ ਚੰਗਾ ਲੱਗਦਾ। ਬਸ ਇਹ ਗੁਰਬਾਣੀ ਉਹਦੀ ਹੋਈ ਹੈ। ਉਸੇ ਨੇ ਹੀ ਗੁਰੂ ਮਹਾਰਾਜ ਨੂੰ ਕਿਹਾ, ਜਾਓ ਜਾ ਕੇ ਮੇਰਾ ਸੁਨੇਹਾ ਸੰਸਾਰ ਨੂੰ ਦਿਓ। ਗੁਰੂ ਜਿਹੜੇ ਪਰਮਾਤਮਾ ਦਾ ਸੁਨੇਹਾ ਦੇਣ ਆਉਂਦੇ, ਆਪਣਾ ਕੋਈ ਸੁਨੇਹਾ ਨਹੀਂ ਦਿੰਦੇ। ਉਹ ਪਰਮਾਤਮਾ ਦਾ ਸੁਨੇਹਾ ਦੇਣ ਆਉਂਦੇ। ਗੁਰੂ ਮਹਾਰਾਜ ਨੇ ਆਪ ਲਿਖੇ ਬਾਣੀ। ਹੁਣ ਆਪ ਲਿਖਿਆ, ਮੈਂ ਹੂੰ ਆਪੋਂ ਬੋਲ ਨਾ ਜਾਣਦਾ, ਸਭ ਕਹਿਆ ਹੁਕਮਾਓ ਜੀਓ। ਇਹ ਪਰਵਾ ਜੋ ਤੂੰ ਹੁਕਮ ਕੀਤਾ ਮੈਂ ਤੇ ਉਹ ਕਹਿ, ਮੈਨੂੰ ਤੇ ਆਪ ਕੋਈ ਬੋਲਣਾ ਹੀ ਨਹੀਂ ਆਉਂਦਾ। ਹੁਣ ਤੁਸੀਂ ਹੈਰਾਨ ਹੋਵੋਗੇ, ਜਿਹੜੇ ਪੰਚਮ ਪਾਤਸ਼ਾਹ ਦੇ ਕਿਸਤਾ ਤੇ ਬੁਲਾਉਣ ਕੀਰਤਨੀਏ ਸਨ, ਸਮਾਂ ਪੱਕ ਉਹਨਾਂ ਨੂੰ ਹਉਮੈ ਹੋ ਗਈ। ਉਹਨਾਂ ਸੋਚਿਆ ਸਾਡੇ ਕਰਕੇ ਇਕੱਠ ਹੁੰਦਾ, ਜੇ ਅਸੀਂ ਕੀਰਤਨ ਨਾ ਕਰੀਏ ਇੱਥੇ ਕਿੰਨੇ ਆਉਣੇ ਹਰਿਮੰਦਰ ਸਾਹਿਬ 'ਚ। ਗੁਰੂ ਮਹਾਰਾਜ ਨੂੰ ਕੀਰਤਨ ਕਰਨਾ ਨਹੀਂ ਆਉਂਦਾ, ਅਸੀਂ ਜੇ ਕੀਰਤਨ ਨਹੀਂ ਕਰਾਂਗੇ ਫਿਰ ਇੱਥੇ ਕੌਣ ਹੈ? ਤੇ ਲੋਕ ਕੀਰਤਨ, ਸਾਡਾ ਕੀਰਤਨ ਸੁਣਨ ਆਉਂਦੇ ਨੇ। ਦੇਖੋ ਇਹਨੂੰ ਕਦੇ ਹਉਮੈ, ਰੁੱਸ ਕੇ ਘਰ ਚਲੇ ਗਏ। ਗੁਰੂ ਮਹਾਰਾਜ ਨਿਮਰਤਾ ਦੇਖੋ, ਬੰਦੇ ਭੇਜੇ ਪਏ, ਉਹ ਅੱਜ ਆਏ ਨਹੀਂ ਸਦਕੇ। ਅਸੀਂ ਨਹੀਂ ਆਉਂਦੇ ਜੀ, ਸਾਨੂੰ ਗੁਰੂ ਮਹਾਰਾਜ ਨੇ ਪੈਸੇ ਨਹੀਂ ਦਿੱਤੇ। ਉਹ ਸਿੱਖ ਕਹਿੰਦੇ ਵੀ ਤੁਸੀਂ ਮੰਗਿਆ ਸੀ ਵੀ ਫਲਾਣੇ ਦਿਨ ਜਿੰਨਾ ਚੜਾਵਾ ਸਾਨੂੰ ਦੇ ਦਿਓ। ਸਾਡੇ ਸਾਹਮਣੇ ਗੁਰੂ ਮਹਾਰਾਜ ਸਾਰੇ ਦਾ ਸਾਰਾ ਚੜਾਵਾ ਤੁਹਾਨੂੰ ਦੇ ਦਿੱਤਾ। ਚੜਾਵਾ ਥੋੜ੍ਹਾ ਹੈ, ਜੇ ਤਾਂ ਕਹਿੰਦੇ ਸਾਨੂੰ ਇੰਨੇ ਪੈਸੇ ਦਿਓ, ਫਿਰ ਗੁਰੂ ਮਹਾਰਾਜ ਤੁਹਾਨੂੰ ਨਹੀਂ ਦੇ। ਤੁਸੀਂ ਤਾਂ ਕਹਿੰਦੇ ਫਲਾਣੇ ਦਿਨ ਦਾ ਚੜਾਵਾ ਸਾਨੂੰ ਦੇ ਦਿਓ ਜੀ। ਉਹਦੇ ਕੁਦਰਤ ਮੀਂਹ ਕੋਈ ਕਾਰਨ ਹੋਣਾ, ਸੰਗਤ ਘੱਟ ਹੈ, ਉਹਨਾਂ ਨੇ ਸਾਰੇ ਪੈਸੇ ਇਕੱਠੇ ਕੀਤੇ, ਜੇ ਚੜਾਵਾ ਸੀ ਉਹਨਾਂ ਨੂੰ ਦੇ ਦਿੱਤਾ, ਲਓ ਪਿਆ ਲੈ ਜਾਓ। ਕਹਿੰਦਾ ਹਾਂ ਸਾਨੂੰ ਪੈਸੇ ਅਸੀਂ ਨਹੀਂ ਕੀਰਤਨ ਕਰਦੇ। ਚਲੋ ਸਿੱਖਾਂ ਨੂੰ ਜਵਾਬ ਦਿੱਤਾ। ਗੁਰੂ ਮਹਾਰਾਜ ਆਪ ਗਏ ਕਿ ਭਾਈ ਕਰ ਕੀਰਤਨ ਕਰੋ। ਨਾ ਜੀ, ਕਹਦੇ ਜੇ ਮਰਦਾਨਾ ਜੀ ਨਾ ਹੁੰਦਾ ਸਾਡੇ ਤੇ ਗੁਰੂ ਨਾਨਕ ਨੂੰ ਕਿੰਨੇ ਪੁੱਛਣਾ ਸੀ? ਗੁਰੂ ਮੈਂ ਖਬਰਦਾਰ ਕੇ ਅੱਗੇ ਬੋਲੇ, ਮੈਨੂੰ ਜੋ ਕਹਿਣਾ ਕਹਿ ਲਓ, ਖਬਰਦਾਰ ਜੇ ਗੁਰੂ ਨਾਨਕ ਦੇ ਵਿਰੁੱਧ ਬੋਲੇ ਤੁਸੀਂ, ਤੁਹਾਨੂੰ ਇੰਨਾ ਹੰਕਾਰ ਹੈ ਆ ਕੇ ਸਿੱਖਾਂ ਨੂੰ ਕਹਤੇ ਇਹਨਾਂ ਨਾਲ ਵਰਤਣਾ ਨਹੀਂ ਹੈ। ਬਸ ਤੇ ਜਿਨ੍ਹਾਂ ਦਾ ਰੁਜ਼ਗਾਰ ਹੀ ਕੀਰਤਨ ਹੋਵੇ, ਕਿਸੇ ਨੇ ਨਾ ਬੁਲਾਇਆ ਤੇ ਨਾ ਉਹਨਾਂ ਤੋਂ ਕੀਰਤਨ ਕਰ, ਲਾਗੇ ਭੁੱਖੇ ਮਰਨ। ਪੰਚਮ ਪਾਤਸ਼ਾਹ ਕਹਿੰਦੇ ਆਓ ਆਪ ਆਪ ਕੀਰਤਨ ਕਰੀਏ। ਉਹਨਾਂ ਬੇਵਕੂਫਾਂ ਨੂੰ ਇਹ ਨਹੀਂ ਸੀ ਯਾਦ ਵੀ ਜਿਸ ਨੇ 31 ਰਾਗਾਂ 'ਚ ਬਾਣੀ ਲਿਖਵਾਈ ਹੈ, ਉਹਨੂੰ ਇਹਦਾ ਮਤਲਬ ਰਾਗ ਵਿੱਦਿਆ ਨਹੀਂ ਆਉਂਦੀ। ਉਹਨੂੰ ਕੋਈ ਰਾਗ ਵਿੱਦਿਆ ਨਹੀਂ ਆਉਂਦੀ। ਹੁਣ ਤਾਂ ਬਾਜਾ ਜੋ ਕੁਛ ਉਸ ਵੇਲੇ ਹੁੰਦਾ ਸੀ, ਹੱਥ ਹੀ ਧਰਨਾ ਸੀ ਉੱਤੇ, ਸੁਰਾਂ ਤੇ ਆਪੇ ਹੀ ਨਿਕਲ ਆ ਜਾਣੀ ਸਨ। ਉਹ ਤੇ ਆਪੇ ਹੀ ਨਿਕਲ ਜਾਂਦੀ ਉਹਨਾਂ ਦੀ। ਉਹ ਜੋ ਜੀ ਕਦੇ ਬਾਜਾ ਵੱਜੀ ਜਾ ਤਾਂ ਵੀ ਵੱਜੀ ਜਾਣਾ ਸੀ ਉਹਨੇ ਵਿਚਾਰੇ ਨੇ। ਸਾਰੀ ਦੀ ਸਾਰੀ ਕੁਦਰਤ ਕਾਇਨਾਤ ਬ੍ਰਹਮ ਗਿਆਨੀ ਦੇ ਅਧਿਕਾਰ 'ਚ ਹੁੰਦੀ ਹੈ, ਉਹਦੇ ਅਧਿਕਾਰ 'ਚ ਹੁੰਦੀ ਹੈ। ਗੁਰੂ ਨਾਨਕ ਬਚਪਨ ਦਰਖਤ ਦੇ ਹੇਠਾਂ ਲੇਟੇ ਹੋਏ ਨੇ, ਬਿਰਤੀ ਲੱਗ ਗਈ, ਦੇਖਣਾ ਵੀ ਸੁੱਤੇ ਨੇ ਨਹੀਂ, ਸਮਾਧੀ ਲੱਗ ਗਈ, ਲੇਟੇ ਨੇ। ਬਾਕੀ ਸਾਰੇ ਦਰਖਤਾਂ ਦੀ ਛਾਂ ਬਦਲ ਗਈ। ਜਿਸ ਦਰਖਤ ਦੇ ਹੇਠਾਂ ਗੁਰੂ ਨਾਨਕ ਬੈਠੇ, ਦਰਖਤ ਦੀ ਛਾਂ ਉੱਥੇ ਹੀ ਖੜੀ ਹੈ। ਰਾਏ ਬੁਲਾਰ ਦੇ ਕੋਲੋਂ ਲੰਘਿਆ, ਆਹਾ ਕਹਿੰਦੇ ਮੇਰੇ ਸ਼ਹਿਰ 'ਚ ਇੱਕ ਮਹਾਤਮਾ ਪੈਦਾ ਹੋ ਗਿਆ। ਉਹ ਬੜਾ ਸਤਿਕਾਰ ਕਰਦਾ ਸੀ। ਗੁਰੂ ਨਾਨਕ ਦਾ ਸਭ ਤੋਂ ਪਹਿਲਾ ਗਿਆਨ ਉਹਨਾਂ ਦੀ ਭੈਣ ਬੇਬੇ ਨਾਨਕੀ ਨੂੰ ਸੀ ਕਿ ਮੇਰਾ ਵੀਰ ਸਧਾਰਨ ਬੰਦਾ ਨਹੀਂ, ਇਹ ਰੱਬ ਰੂਪ ਹੈ। ਤੇ ਜਾਂ ਰਾਏ ਬੁਲਾਰ ਨੂੰ ਪਤਾ ਸੀ। ਜਦੋਂ ਮਹਿਤਾ ਕਾਲੂ ਜੀ ਨੇ, ਮੈਂ ਕੱਲ੍ਹ ਮਹਿਤਾ ਸ਼ਬਦ ਪੜ੍ਹ ਰਿਹਾ ਸੀ, ਕਿਤੇ ਮੈਂ ਪਹਿਲਾਂ ਸੁਣਿਆ ਸੀ ਵੀ ਜਿਹੜਾ ਹੈ ਫਾਰਸੀ 'ਚ ਮੈਂ ਪਟਵਾਰੀ ਨੂੰ ਮਹਿਤਾ ਕਹਿੰਦੇ ਨੇ। ਮੈਂ ਡਿਕਸ਼ਨਰੀ ਵੇਖੀ,
नो। फिर मैं हिंदी की डिक्शनरी वेखी, ਉਹ 'ਚ ਲਿਖਿਆ ਸੀ ਅਕਾਊਂਟੈਂਟ, ਜਿਹਨੂੰ ਹਿੰਦੀ ਉਹਨੇ ਹਿੰਦੀ 'ਚ ਲਿਖਿਆ ਸੀ ਮੁਨਸ਼ੀ, ਅਤੇ ਜਿਹਨੂੰ ਆਪਾਂ ਇੰਗਲਿਸ਼ 'ਚ ਅੱਜ ਕੱਲ੍ਹ ਕਹਿੰਦੇ ਅਕਾਊਂਟੈਂਟ। ਸੋ ਕਲਿਆਣ ਦਾਸ ਜੀ, ਜਿਹਨੂੰ ਛੋਟੇ ਨਾਮ ਨਾਲ ਕਾਲੂ ਸੱਦਿਆ ਜਾਂਦਾ, ਕਲਿਆਣ ਦਾਸ ਜੀ ਪਟਵਾਰੀ ਵੀ ਸਨ ਅਤੇ ਨਵਾਬ ਦੇ ਅਕਾਊਂਟੈਂਟ ਵੀ ਸਨ, ਹਿਸਾਬ ਕਿਤਾਬ ਵੀ ਸਾਰਾ ਰੱਖਦੇ ਸਨ। ਇਸ ਕਰਕੇ ਉਹਨਾਂ ਨੂੰ ਮਹਿਤਾ ਕਿਹਾ ਜਾਂਦਾ ਸੀ। ਪਹਿਲਾਂ ਮੈਂ ਹੈਰਾਨ ਹੋਣਾ, ਯਾਰ ਉਹ ਤਾਂ ਬੇਦੀ ਸਨ। ਹਰ ਘਰ ਜਿਹਨਾਂ ਦਾ ਪੁੱਤਰ ਬੇਦੀ ਹੋਵੇ, ਉਹਨਾਂ ਦਾ ਬਾਪ ਵੀ ਤਾਂ ਬੇਦੀ ਹੋਊਗਾ। ਜੇ ਮੈਂ ਭਿੰਡਰਾਂ ਤਾਂ ਮੇਰਾ ਬਾਪ ਵੀ ਤਾਂ ਭਿੰਡਰ ਹੀ ਹੈ ਨਾ। ਮੈਂ ਵੀ ਗੁਰੂ ਨਾਨਕ ਦੇਵ ਜੀ ਬੇਦੀ, ਉਹਨਾਂ ਦੇ ਬਾਪ ਮਹਿਤਾ, ਇਹ ਕੀ ਗੱਲ ਬਣੀ? ਉਹ ਲੱਭਦਾ ਫਿਰ ਲੱਭ ਗਿਆ ਵੀ ਜਿਹੜਾ ਅਕਾਊਂਟੈਂਟ ਹੁੰਦਾ ਰਾਜੇ ਦਾ ਜਾਂ ਕਿਸੇ ਅਮੀਰ ਦਾ, ਉਹਨੂੰ ਹਿੰਦੀ 'ਚ ਕਹਿੰਦੇ ਨੇ ਮਹਿਤਾ। ਇਸ ਕਰਕੇ ਉਹਨਾਂ ਦੇ ਨਾਮ ਦੇ ਨਾਲ ਮਹਿਤਾ ਸ਼ਬਦ ਲੱਗਾ ਹੋਇਆ ਸੀ। ਕਿਉਂ ਮੈਂ ਕੋਲ ਹੀ ਡਿਕਸ਼ਨਰੀ ਰੱਖਦਾ ਜੀ। ਮੈਨੂੰ ਜਦ ਮੈਂ ਲੇਟਿਆ ਹੋਇਆ, ਮੈਨੂੰ ਮਨ 'ਚ ਕੋਈ ਆ ਗਿਆ ਸ਼ਬਦ ਜਿੱਥੇ ਫਿਰ ਡਾਊਟ ਹੈ, ਉੱਠਦਾ ਆ ਬੈੱਡ ਰੂਮ 'ਚ ਸਾਰੀ ਡਿਕਸ਼ਨਰੀ ਰੱਖੀ, ਉੱਥੇ ਮੈਂ ਜਾ ਕੇ ਲੱਗ ਜਾਣਾ ਉਹਨੂੰ ਵੇਖਣ ਵੀ ਮੈਂ ਫਿਰ ਭੁੱਲ ਜਾਊਂਗਾ। ਹੁਣੇ ਹੀ ਮੈਂ ਆਪਣੀ ਸ਼ੰਕਾ ਨਿਵਰਤੀ ਕਰ ਲਾ। ਕਈ ਵਾਰੀ ਸੰਗਤ ਨਾਲ ਸਾਂਝੀ ਕਰਨੀ ਪੈਂਦੀ ਵੀ ਉਹਨਾਂ ਨੂੰ ਮਹਿਤਾ ਕਿਉਂ ਕਹਿੰਦੇ ਸੀ, ਕਲਿਆਣ ਦਾਸ ਬੇਦੀ ਕਿਉਂ ਨਹੀਂ ਸੀ ਕਹਿੰਦੇ, ਮਹਿਤਾ ਕਿਉਂ ਕਹਿੰਦੇ ਸੀ? ਕਾਲੂ ਮਹਿਤਾ ਇਸ ਲਈ ਕਹਿੰਦੇ ਸੀ ਵੀ ਉਹ ਨਵਾਬ ਦੇ ਅਕਾਊਂਟੈਂਟ ਵੀ ਸਨ। ਇਸ ਕਰਕੇ ਪਟਵਾਰੀ ਤਾਂ ਸਨ ਹੀ ਸਨ, ਨਾਲ ਅਕਾਊਂਟੈਂਟ ਵੀ ਸਨ। ਖੈਰ, ਗੁਰੂ ਮਹਾਰਾਜ ਕਹਿੰਦੇ ਜੋ ਤੁਧ ਭਾਵੈ ਸੋ ਨਿਰਮਲ ਕਰਮ। ਹੇ ਪ੍ਰਮਾਤਮਾ, ਜਿਹੜਾ ਤੈਨੂੰ ਚੰਗਾ ਲੱਗਦਾ ਕੰਮ, ਅਸਲ 'ਚ ਉਹੀ ਪਵਿੱਤਰ ਕਰਮ ਹੈ। ਜੋ ਤੁਧ ਭਾਵੈ ਸੋ ਸੱਚ ਧਰਮ, ਜਿਹੜਾ ਤੈਨੂੰ ਚੰਗਾ ਲੱਗਦਾ ਅਸਲ 'ਚ ਉਹੀ ਸੱਚਾ ਧਰਮ ਹੈ। ਜਿਹੜਾ ਤੈਨੂੰ ਧਰਮ ਚੰਗਾ ਲੱਗਦਾ ਅਸਲ 'ਚ ਉਹੀ ਸੱਚਾ ਧਰਮ ਹੈ। ਸਰਬ ਨਿਧਾਨ ਗੁਣ ਤੁਮ ਹੀ ਪਾਸ। ਹੇ ਪਰਮਾਤਮਾ, ਸਰਬ ਨਿਧਾਨ ਹੈ ਤੂੰ, ਸਾਰੇ ਖਜ਼ਾਨੇ ਦਾ ਮਾਲਕ ਹੈ ਤੂੰ। ਸਾਰੇ ਗੁਣ ਤੇਰੇ ਕੋਲ ਹੀ ਹਨ। ਤੂੰ ਸਾਹਿਬ ਸੇਵਕ ਅਰਦਾਸ, ਤੂੰ ਤੇ ਮਾਲਕ ਹੈ, ਮੈਂ ਤੇਰਾ ਸੇਵਕ ਹਾਂ। ਮੈਂ ਤੇ ਤੇਰੇ ਅੱਗੇ ਅਰਦਾਸ ਹੀ ਕਰ ਸਕਦਾ ਹਾਂ। ਮਨ ਤਾਂ ਨਿਰਮਲ ਹੋਏ ਹਰ ਰੰਗ ਹੁੰਦਾ ਪਿਆਰ। ਪਰਮਾਤਮਾ ਨੂੰ ਪਿਆਰ ਕਰਕੇ ਮਨ ਅਤੇ ਤਨ ਨਿਰਮਲ ਹੋ ਜਾਂਦੇ ਹਨ। ਸਿਮਰਨ ਕਰਨ ਨਾਲ ਗੁਰਬਾਣੀ ਕਹਿੰਦੇ ਭਰੀਏ ਹੱਥ ਪੈਰ ਤਨ ਦੇ, ਪਾਣੀ ਧੋਤਾ ਉਤਰ ਸਖੇ। ਮੂਤਕ ਪਲੀਤੀ ਕੱਪੜ ਹੋਏ, ਦੇ ਸਭ ਊਣ ਲਈਏ ਉਹ ਧੋਏ। ਭਰੀਏ ਮਤ ਪਾਪਾਂ ਕੇ ਸੰਗ, ਉਹ ਧੋਪੈ ਨਾ ਮੈਂ ਕਰਾਂ। ਕਿੰਨੇ ਵੀ ਮਤ ਮੈਲੀ ਕਿਉਂ ਨਾ ਹੋਵੇ, ਕਿੰਨੇ ਵੀ ਪਾਪ ਅਸੀਂ ਕਿਉਂ ਨਾ ਕੀਤੇ ਹੋਣ, ਨਾਮ ਜਪੀ ਜੋ ਸੋ। ਨਾਮ 'ਚ ਐਡੀ ਤਾਕਤ ਹੈ ਕਿ ਅੰਦਰ ਜਿੰਨੀ ਪਾਪਾਂ ਦੀ ਮੈਲ ਹੈ ਸਾਰੀ ਧੋ ਕੇ ਐਨ ਸਾਫ ਸੁਥਰਾ ਕਰ ਦੇਗੇ। ਅਸੀਂ ਤਾਂ ਨਾਮ ਦੀਆਂ ਸ਼ਕਤੀਆਂ ਹੀ ਨਹੀਂ ਜਾਣਦੇ। ਜੇ ਜਾਣਦੇ ਹਾਂ ਤਾਂ ਉਹਨਾਂ 'ਤੇ ਅਮਲ ਨਹੀਂ ਕਰਦਾ। ਕਿਉਂ ਜਿੰਨਾ ਚਿਰ ਨਾਮ ਜਪ ਕੇ ਨਹੀਂ ਵੇਖਦੇ, ਕਿਵੇਂ ਪਤਾ ਲੱਗੇਦਾ ਕੀ ਲਾਭ ਹੈ? ਜਦੋਂ ਘੰਟਿਆਂ ਬੱਧੀ, ਮਹੀਨਿਆਂ ਬੱਧੀ ਨਾਮ ਜਪਾਂਗੇ, ਆਪਣਾ ਰੰਗ ਵਿਖਾਉਣਾ ਸ਼ੁਰੂ ਕਰ ਦੇਗਾ। ਤੁਹਾਡੀ ਜ਼ਿੰਦਗੀ ਬਦਲਾਅ ਹੋਣਾ ਸ਼ੁਰੂ ਹੋ ਜਾਏਗਾ। ਤੁਹਾਡੀ ਗਰੀਬੀ, ਤੁਹਾਡੇ ਦੁੱਖ ਦੂਰ ਹੋਣੇ ਸ਼ੁਰੂ ਹੋ ਜਾਣਗੇ। ਤੁਹਾਡੇ ਕਾਰਜ ਰਾਸ ਹੋਣੇ ਸ਼ੁਰੂ ਹੋ ਜਾਣਗੇ। ਇਹ ਪ੍ਰੈਕਟੀਕਲ ਕਰਨਾ ਪੈਣਾ, ਤਾਂ ਜਾ ਕੇ ਵਿਸ਼ਵਾਸ ਆਉਣਾ ਹੈ। ਨਿਰਾ ਪੜ੍ਹਨ ਸੁਣਨ ਨਾਲ ਵਿਸ਼ਵਾਸ ਨਹੀਂ ਵੱਜਦਾ। ਜਦ ਅਸੀਂ ਪ੍ਰੈਕਟੀਕਲ ਕਰਕੇ ਇੱਥੇ ਪਹੁੰਚਾਂਗੇ ਨਾ, ਫਿਰ ਵਿਸ਼ਵਾਸ। ਫਿਰ ਜਿਵੇਂ ਮੈਂ ਵਿਸ਼ਵਾਸ ਨਾਲ ਮੈਂ ਕਹਿ ਰਿਹਾ ਕਿ ਜੋ ਸਿਮਰਨ ਦੇ ਵਿੱਚ ਸ਼ਕਤੀਆਂ ਨੇ, ਨਹੀਂ ਕਿਸੇ 'ਚ। ਬਾਣੀ ਪੜ੍ਹੋ, ਸਿਮਰਨ ਕਰੋ, ਇਹ ਬੇਅੰਤ ਸ਼ਕਤੀਆਂ ਦੀ ਮਾਲਕ ਹੈ। ਤੁਹਾਡੀ ਜ਼ਿੰਦਗੀ ਬਦਲ ਕੇ ਰੱਖ ਦੇਗੀ। ਕੋਈ ਜ਼ਿੰਦਗੀ ਧੱਕੇ ਤੁਹਾਡੇ ਖਾਣ ਦੀ ਲੋੜ ਨਹੀਂ ਹੈਗੀ। ਤੁਹਾਡੀ ਜ਼ਿੰਦਗੀ ਨੂੰ ਹੀ ਬਦਲ ਕੇ ਰੱਖ ਦੇਣਾ ਬਾਣੀ ਨੇ। ਤਾਂ ਕਹਿੰਦੇ ਮਨ ਤਾਂ ਨਿਰਮਲ ਹੋਏ ਹਰ ਰੰਗ। ਹਰੀ ਨੂੰ ਪਿਆਰ ਕਰਨਾ, ਮਨ ਅਤੇ ਤਨ ਨਿਰਮਲ ਹੋ ਜਾਂਦੇ ਹਨ। ਸਰਬ ਸੁਖਾ ਪਾਵੋ ਸਤ ਸੰਗ। ਸਾਰੇ ਸੁੱਖ ਸਤ ਸੰਗਤ ਦੇ ਵਿੱਚ ਆ ਕੇ ਪ੍ਰਾਪਤ ਹੁੰਦੇ ਹਨ। ਨਾਮ ਤੇਰੇ ਰਹਿ ਮਨ ਰਾਤਾ।
ਇਹ ਕਲਿਆਣ ਨਾਨਕ ਕਰ ਜਾਤਾ, ਕਲਿਆਣ ਦਾ ਭਲਾ। ਮੇਰਾ ਮਨ ਤੇਰੇ ਨਾਮ 'ਚ ਰੰਗਿਆ ਰਹੇ ਬਸ, ਇਸ ਨੂੰ ਮੈਂ ਆਪਣਾ ਭਲਾ ਕਰਕੇ ਸਮਝਿਆ। ਮੇਰਾ ਮਨ ਤੇਰੇ ਨਾਮ 'ਚ ਰੰਗਿਆ ਰਹੇ, ਇਸੇ 'ਚ ਮੇਰਾ ਭਲਾ ਹੈ, ਇਸੇ 'ਚ ਮੇਰੀ ਕਲਿਆਣ ਹੈ। ਸੋ ਸ੍ਰੀ ਭਾਈ ਜਿੰਨਾ ਸਮਾਂ ਮਿਲੇ ਵਿਅਰਥ ਨਹੀਂ ਗਵਾਉਣਾ। ਪਤਾ ਨਹੀਂ ਮੁੜ ਕੇ ਮਨੁੱਖਾ ਜੀਵਨ ਮਿਲਣਾ ਕਿ ਨਹੀਂ ਮਿਲਣਾ। ਨਾਨਕ ਕਦ ਆਵੇ ਵਾਰੀ, ਪਤਾ ਨਹੀਂ ਫਿਰ ਇਸ ਦੀ ਕਦੋਂ ਵਾਰੀ ਆਣੀ। ਹੁਣ ਮਿਲਿਆ ਸਮਾਂ, ਅਸੀਂ ਆਪਣੇ ਕਾਰ ਵਿਹਾਰ ਨਹੀਂ ਛੱਡਣੇ, ਉਹ ਕਰਨੇ ਨੇ। ਸਿੱਖ ਨੇ ਆਪਣੇ ਜੀਵਨ ਨੂੰ ਬੈਲੈਂਸਡ ਰੱਖਣਾ, ਇੱਕੋ ਪਾਸੇ ਬੋਝ ਨਹੀਂ ਕਰਨਾ, ਬੈਲੈਂਸਡ ਰੱਖਣਾ। ਅਸੀਂ ਆਪਣੇ ਕਾਰਜ ਕਰਨੇ ਨੇ, ਮਾਇਆ ਕਮਾਣੀ ਹੈ ਦਸਾਂ ਦੀ ਕਿਰਤ ਕਰਕੇ, ਤਾਂ ਜੋ ਸਾਨੂੰ ਆਪਣੇ ਪਰਿਵਾਰ ਨੂੰ ਅਸੀਂ ਵਧੀਆ ਪਾਲ ਸਕੀਏ। ਨਾਲ ਨਾਮ ਵੀ ਜਪਣਾ ਹੈ। ਜਿਹੜਾ ਬੰਦਾ ਦਸਾਂ ਨੂੰ ਦੀ ਕਿਰਤ ਕਰਦਾ ਅਤੇ ਨਾਲ ਨਾਮ ਜਪਦਾ, ਗੁਰੂ ਮਹਾਰਾਜ ਉਸ 'ਤੇ ਬਹੁਤ ਖੁਸ਼ ਹੁੰਦੇ ਨੇ, ਅਤੇ ਉਹਨੂੰ ਕਿਸੇ ਤਰ੍ਹਾਂ ਦਾ ਫਿਕਰ ਕਰਨ ਦੀ ਕੋਈ ਜ਼ਿੰਦਗੀ ਲੋੜ ਨਹੀਂ ਹੁੰਦੀ। ਸਭ ਕੁਝ ਸਮਾਂ ਪਾ ਕੇ ਠੀਕ ਹੁੰਦਾ। ਗੁਰੂ ਮਹਾਰਾਜ ਕਿਰਪਾ ਕਰਨ, ਅਸੀਂ ਸ਼ੁਭ ਕਰਮ ਕਰੀਏ, ਨਾਮ ਜਪੀਏ, ਆਪਣੇ ਜੀਵਨ ਨੂੰ ਸਫਲਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।